समाना एह बाणी जो जिया जाने तिस अंतर रवे हर नामा बाणी गुरु गुरु है बाणी विच बाणी अमृत सारे गुर बाणी कहे सेवक जन माने पर तख गुरु निस्तारे बाणी विरलो विचारसी जे को गुरुमुख होए एह बाणी महापुरख की निज कर वासा होए मारू महल्ला पहला काम क्रोध पर हर पर निंदा लब लोभ तज हो न चिंदा परम का संगल तोड़ निराला हर अंतर हर रस पाया निस दामन ज्यों चमक चंदाइन देखे अहनस जोत निरंतर पेखे आनंद रूप अनूप स्वरूपा गुर पूर दिखाया सतगुर मिलो आपे प्रभ तारे सस कर सूर दीपक गहनारे देख अधिष्ट रहो लिव लागी सब त्रिभुवन ब्रह्म सभाया अमृत रस पाए तृष्णा पौ जाए अन पौ पद पावे आप गवाए ऊंची पदवी ऊंचो ऊंचा निर्मल शब्द कमाया अदृष्ट अगोचर नाम अपारा अत रस मीठा
नाम प्यारा नानक को जुग जुग हर जस दीजै हर जपिय अंत न पाया अंतर नाम परापत हीरा हर जपते मन मन ते तीरा दुकाट काट पौ पंजन पाइय बहुड़ जन्म ना जाया भगत हेत गुर शब्द तरंगा हर जस नाम पदार्थ मंगा हर पावै गुर मेल मिलाए हर तारे जगत सभाया जिन जप जपियो सतगुर मत वाके जम कंकर काल सेवक पग ताके ऊतम संगत गत मत ऊतम जग भौजल पार तराया जिन जप जपियो सतगुर मत वाके जम कंकर काल सेवक पग ताके ऊतम संगत गत मित ऊतम जग भौजल पार तराया वाहिगुरु जी का खालसा वाहिगुरु जी की फतेह। इस पावन शब्द दे 15 बंद हैं। 8 बंदा का पाठ आप जी ने सरवण किया है। इस दी विचार ज्ञानी नवतेज सिंह जी जो दमदमी टकसाल तो आए हैं आप जी नूं सरवण करवाउणगे। वाहिगुरु जी का खालसा वाहिगुरु जी की फतेह। गुरु साहिब जी सतनाम श्री वाहिगुरु साहिब जी। मूक उचरै शास्त्र खंट पिंग गृण चढ़ जाए। आंद लख बदरू सुन जो काल कृपा कराए। कहा बुद्ध प्रभ तुष हमारी बरन सकै महिमा जेत हारी। हम ना सख्त कर सिफत तुम्हारी आप लेहो तुम कथा सुधारी। हम ना सख्त कर सिफत तुम्हारी आप लेहो तुम कथा सुधारी। सतनाम श्री
ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਕਾਮ ਕ੍ਰੋਧ ਪਰ ਹਰ ਪਰ ਨਿੰਦਾ। ਲਭ ਲੋਭ ਤਜ ਹੋਹ ਨਚਿੰਦਾ। ਭ੍ਰਮ ਕਾ ਸੰਗਲ ਤੋੜ ਨਿਰਾਲਾ। ਹਰ ਅੰਤਰ ਹਰ ਰਸ ਪਾਇਆ। ਕਾਮ ਕ੍ਰੋਧ ਪਰ ਹਰ ਪਰ ਨਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੀ ਗਰੀਬ ਨਵਾਜ ਸਤਿਗੁਰੂ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਗਰੀਬ ਨਵਾਜ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੇ ਪਾਵਨ ਪਵਿੱਤਰ ਅਸਥਾਨ ਮੇਰੇ ਬਾਲਾ ਪ੍ਰੀਤਮ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਤਸੰਗੀ ਜਣੋ ਵਡਭਾਗੇ ਹਾਂ ਤਾਂ ਜੋ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਵਾਲੀ ਪਰਮ ਕਿਰਪਾਲੂ ਸਤਿਗੁਰੂ ਜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਆਪਾਂ ਸੁਭਾਏਮਾਨ ਹਾਂ। ਮੇਰੇ ਸਤਿਗੁਰੂ ਸਾਹਿਬ ਸਾਨੂੰ ਹਰ ਰੋਜ਼ ਜਿਵੇਂ ਯੋਗ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਹਰ ਰੋਜ਼ ਨਵਾਂ ਸਿਲੇਬਸ ਪੜ੍ਹਾਉਂਦਾ ਹੈ ਤਾਂ ਕਿ ਉਹਦੇ ਪਾਸੋਂ ਪੜ੍ਹੇ ਹੋਏ ਵਿਦਿਆਰਥੀ ਸੰਸਾਰ ਦੇ ਵਿੱਚ ਵਿਚਰ ਕੇ ਯੋਗ ਅਸਥਾਨਾਂ ਤੇ ਪਹੁੰਚ ਕਰਕੇ ਜਸ ਦੀ ਪ੍ਰਾਪਤੀ ਕਰਨ। ਤਿਵੇਂ ਆਪਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਸੁਭਾਏਮਾਨ ਹਾਂ। ਜੋ ਗੁਰੂ ਸ਼ਬਦ ਹੈ ਇਹਦਾ ਭਾਵ ਹੀ ਇਹੋ ਹੈ। ਵਿਦਵਾਨ ਜਨ ਗੁਰਮੁਖ ਪਿਆਰੇ ਸਮਝਾਉਂਦੇ ਹਨ ਗੋ ਨਾਮ ਹੈ ਹਨੇਰੇ ਦਾ, ਰੂਹ ਨਾਮ ਹੈ ਪ੍ਰਕਾਸ਼ ਦਾ। ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਚੁੱਕ ਕਰਕੇ ਗਿਆਨ ਦਾ ਰੂਹ ਪ੍ਰਕਾਸ਼ ਕਰੇ ਉਸ ਨੂੰ ਗੁਰੂ ਆਖਦੇ ਹਨ। ਆਪਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਹਰ ਰੋਜ਼ ਜਿਹੜੇ ਨੇਮੀ ਗੁਰਮੁਖ ਪਿਆਰੇ ਹਨ ਜਾਂ ਜੋ ਮੇਰੇ ਵਰਗੇ ਕਦੀ ਕਦਾਈ ਆਉਣ ਵਾਲੇ ਵੀ ਹੋਣਗੇ, ਮਨੋਰਥ ਸਭ ਦਾ ਇੱਕੋ ਹੀ ਹੈ। ਸਤਿਗੁਰੂ ਸਾਹਿਬ ਸਾਡੇ ਤੇ ਕਿਰਪਾ ਕਰੋ। ਗਰੀਬ ਨਵਾਜ ਜੀਓ ਆਪ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਦੇ ਹਾਂ। ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿਰ ਵਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਅਨੇਕਾਂ ਜਨਮਾਂ ਤੋਂ ਵਿਛੜੇ ਹੋਏ ਹਾਂ। ਕਿਰਪਾ ਕਰੋ, ਦਿਆਲਤਾ ਕਰੋ ਸਾਡੇ ਤੇ। ਅਸੀਂ ਆਪ ਜੀ ਦੀ ਕਿਰਪਾ ਦੇ ਪਾਤਰ ਬਣੀਏ। ਇਹ ਜਨਮ ਜਿਹੜਾ ਹੈ ਇਹਨੂੰ ਆਪਣੀ ਜਾਤ ਦੇ ਲੇਖੇ ਵਿੱਚ ਲਾ ਲਵੋ। ਕਿਉਂ? ਉਮਰ ਸਾਈ ਵਿੱਚ ਲੇਖੇ ਦੇ, ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ। ਉਮਰ ਲੇਖੇ ਵਿੱਚ ਉਹ ਹੀ ਹੈ ਜਿਹੜੀ ਆਪ ਜੀ ਦੀ ਯਾਦ ਵਿੱਚ ਗਰੀਬ ਨਵਾਜ ਗੁਜ਼ਰ ਜਾਵੇ। ਆਪ ਜੀ ਦੇ ਵਿਦਵਾਨ ਜਨਾਂ ਨੇ ਸਾਨੂੰ ਇਹ ਸਮਝਾਇਆ ਸੀ। ਜਦੋਂ ਅਜਿਹੀਆਂ ਬੇਨਤੀਆਂ ਕੀਤੀਆਂ ਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਿਰਪਾਲੂ ਸਤਿਗੁਰੂ ਕਿਰਪਾ ਦੇ ਖਜ਼ਾਨੇ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਦਿਆਲਤਾ ਕਰਨ ਵਾਸਤੇ ਜੋ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਇਸ ਪਾਵਨ ਮੁਬਾਰਕ ਅਸਥਾਨ ਵਿਖੇ ਪ੍ਰਾਰੰਭ ਹੈ, ਉਸ ਅੰਦਰ ਅੱਜ ਦੇ ਦਿਹਾੜੇ ਸਾਨੂੰ ਜੋ ਉਪਦੇਸ਼ ਬਖਸ਼ ਰਹੇ ਹਨ ਉਹਦੇ ਵਿੱਚ ਗਰੀਬ ਨਵਾਜ ਮਹਾਰਾਜ ਕਹਿੰਦੇ ਗੁਰੂ ਕਿਆ ਸਿੱਖਾ ਵਕਾਰਾਂ ਤੋਂ ਦੂਰ ਰਹਿ, ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਿਆ ਕਰ, ਤੇਰਾ ਭਲਾ ਹੋ ਜਾਵੇਗਾ।
ਜੋ ਸਾਡੇ ਤੇ ਕਿਰਪਾਲਤਾ ਕਰ ਰਹੇ ਹਨ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਬਚਨਾਂ ਦੀ, ਸਤਿਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਦੀ ਵਿਚਾਰ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਵਿਚਾਰ ਕਰੀਏ, ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਕਾਮ ਕ੍ਰੋਧ ਪਰ ਹਰ ਪਰ ਨਿੰਦਾ। ਸੋ ਗਰੀਬ ਨਵਾਜ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਸਤਿਗੁਰੂ ਸਾਹਿਬ ਸਾਡੇ ਤੇ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਦੇ ਨੇ। ਮਾਰੂ ਰਾਗ ਦੇ ਅੰਦਰ ਆਪ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਗੁਰੂ ਕਿਆ ਸਿੱਖਾ ਕਾਮ ਕ੍ਰੋਧ ਪਰ ਹਰ ਪਰ ਨਿੰਦਾ। ਭਾਈ ਜਿਹੜਾ ਕਾਮ ਹੈ, ਵੇਖ ਇੰਦਰ ਵਰਗੇ ਸਵਰਗ ਦੇ ਰਾਜੇ ਵੀ ਇਹ ਕਾਮ ਦੇ ਮਾਰੇ ਹੋਏ ਹਜ਼ਾਰਾਂ ਹੀ ਵਿਆਈਆਂ ਜਿਨ੍ਹਾਂ ਦੇ ਸਰੀਰ ਤੇ ਪਾੜ ਗਈਆਂ ਤੇ ਕਾਮ ਦੇ ਮਾਰੇ ਹੋਏ ਕਲੰਕੀ ਹੋ ਕਰਕੇ ਫਿਰਦੇ ਰਹੇ ਨੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਪ੍ਰਾਪਤ ਕਰ, ਇਸ ਕਾਮ ਨੂੰ ਵੀ ਤਿਆਗ ਦੇਣਾ ਕਰ। ਫਿਰ ਕ੍ਰੋਧ, ਜਿਸ ਕ੍ਰੋਧ ਕਰਕੇ ਵੇਖ ਅਨੇਕਾਂ ਦਾ ਜੀਵਨ, ਅਨੇਕ ਰਿਸ਼ੀਆਂ ਮੁਨੀਆਂ ਦਾ, ਅਮਰੀਕ ਵਰਗਿਆਂ ਦਾ ਜੀਵਨ ਵੀ, ਵਾਹਿਗੁਰੂ ਦਰਬਾਸ਼ਾ ਵਰਗਿਆਂ ਦਾ ਜੀਵਨ ਵੀ ਇਸ ਕ੍ਰੋਧ ਨੇ ਗਰਕ ਕਰ ਦਿੱਤਾ ਹੈ। ਫਿਰ ਜਾ ਕਰਕੇ ਅਮਰੀਕ ਜੀ ਦੀ ਸ਼ਰਨ ਪੈਣੇ ਤੇ ਉਧਾਰ ਹੋਇਆ ਸੀ। ਸਨਾਤਨ ਮਤ ਦੇ ਗ੍ਰੰਥ ਇਸ ਗੱਲ ਦੀ ਗਵਾਹੀ ਭਰਦੇ ਨੇ। ਅਜੋਕੇ ਸਮੇਂ ਵਿੱਚ ਵੀ ਜੇ ਕਿਸੇ ਨੂੰ ਇਹ ਹੋਵੇ ਕਿ ਅਜੋਕੇ ਸਮੇਂ ਵਿੱਚ ਵੀ ਅਨੇਕਾਂ ਥਾਵਾਂ ਤੇ ਵੇਖ ਇਹ ਕ੍ਰੋਧ ਦੇ ਪਵਾੜੇ ਨੇ ਨਾ। ਭਾਈ ਭਾਈ ਆਪਸ ਵਿੱਚ ਕ੍ਰੋਧੀ ਹੋ ਕਰਕੇ ਲੜੇ, ਇੱਕ ਭਾਈ ਨੇ ਦੂਸਰੇ ਦਾ ਕਤਲ ਕਰ ਦਿੱਤਾ, ਦੂਜਾ ਫਾਹੇ ਲੱਗ ਗਿਆ। ਇਹ ਕ੍ਰੋਧ ਦਾ ਹੀ ਸਿਆਪਾ ਹੈ ਨਾ ਸਾਰਾ। ਇਹ ਕ੍ਰੋਧ ਦਾ ਵੀ ਤਿਆਗ ਕਰਨਾ ਕਰ। ਫਿਰ ਇਹਨਾਂ ਤੋਂ ਵੀ ਉੱਪਰ ਦੀ ਚੀਜ਼ ਕਾਮ ਵੀ ਛੱਡੀ। ਕਾਮ ਤੇ ਇੱਥੋਂ ਤੱਕ ਵਿਦਵਾਨਾਂ ਨੇ ਕਾਮ ਬਾਬਤ ਕਥਨ ਕੀਤਾ ਹੈ, ਕਹਿੰਦੇ ਨੇ ਕਾਮ ਕਾਮ ਸਭ ਕੋ ਕਹੈ, ਕਾਮ ਨਾ ਜਾਣੈ ਕੋਏ, ਜਿਤਨੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਕਹਿੰਦੇ ਜਿੰਨੀਆਂ ਵੀ ਮਨ ਦੀਆਂ ਕਾਮਨਾਵਾਂ ਹਨ ਇਹ ਭਾਈ ਸਾਰੀਆਂ ਕਾਮ ਸਰੂਪ ਹੀ ਹਨ। ਜਿੰਨੀਆਂ ਇਛਾਵਾਂ ਲਾ ਕਰਕੇ ਬੈਠਾ ਹਾਂ, ਪਰਾਏ ਤਨ ਪਰਾਏ ਧਨ ਦੀਆਂ ਜਿਤਨੀਆਂ ਵੀ ਇਛਾਵਾਂ ਹਨ ਇਹਨਾਂ ਨੂੰ ਵੀ ਤਿਆਗਣਾ ਕਰ। ਫਿਰ ਇਹਨਾਂ ਸਾਰਿਆਂ ਪਵਾੜਿਆਂ ਦੀ ਜੜ ਜਿਹੜੀ ਹੈ ਪਰਾਈ ਨਿੰਦਿਆ, ਜਿਹੜੀ ਵਖੀਲੀ ਕਰਦਾ ਹੈ ਉਹਦਾ ਵੀ ਤਿਆਗ ਕਰ। ਲੱਭ ਲੋਭ ਤਜ ਹੋ ਨਚਿੰਦਾ। ਤੇ ਲੱਭ ਜਿਹੜਾ ਖਾਣ ਦਾ ਲੱਗਾ ਹੋਇਆ ਹੈ ਕਿ ਸਾਰੇ ਪਦਾਰਥ ਜਿਤਨੇ ਵੀ ਪਦਾਰਥ ਮਿਲਦੇ ਨੇ ਜ਼ਬਾਨ ਦੇ ਰਸ ਕਰਕੇ ਉਹਨਾਂ ਨੂੰ ਭਾਈ ਇਹ ਜ਼ਬਾਨ ਰਸਾਂ ਵਿੱਚ ਹੀ ਲਾ ਛੱਡੀ। ਉਹ ਪਰਮੇਸ਼ਰ ਦਾ ਨਾਮ ਭੁੱਲ ਹੀ ਗਿਆ ਹੈ, ਕਦੀ ਵਾਸਤੇ ਵੀ ਤੈਨੂੰ ਚੇਤੇ ਨਹੀਂ ਆਉਂਦਾ। ਤੈਨੂੰ ਇਹ ਭੁੱਲ ਹੀ ਗਿਆ ਹੈ ਕਿ ਇਹ ਜਿਹੜੀ ਰਸਨਾ ਹੈ ਇਹਦੇ ਬਾਬਤ ਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ। ਜਿਹੜੀ ਭਾਈ ਰਸਨਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਉਹਨੂੰ ਭੋਰਾ ਭੋਰਾ ਕਰਕੇ ਕੱਟ ਦੇਣਾ ਚਾਹੀਦਾ ਹੈ। ਉਹ ਰਸਨਾ ਤੂੰ ਪਰਾਏ ਪਦਾਰਥਾਂ ਨੂੰ ਖਾਣ ਵਿੱਚ ਹੀ ਜਾਂ ਬਹੁਤੇ ਰਸਕਸ ਖਾਣ ਵਿੱਚ ਹੀ, ਜੇ ਬਹੁਤਾ ਸਲੂਣਾ ਖਾ ਲੈਣਾ ਹੈ ਤੇ ਕਹਿੰਦਾ ਮਿੱਠਾ ਲੈ ਕਰਕੇ ਆਓ, ਜੇ ਜ਼ਿਆਦਾ ਮਿੱਠਾ ਖਾ ਲਿਆ ਤੇ ਫਿਰ ਕਹਿੰਦਾ ਲੂਣ ਵਾਲੇ ਪਦਾਰਥ ਲੈ ਆਵੋ, ਕਦੀ ਚਟਪਟੇ ਖਾਣਾ ਹਾਂ। ਸੋ ਛਿਆਂ ਰਸਾਂ ਦੇ ਵਿੱਚ ਹੀ, ਸੋ ਇਸੇ ਤਰੀਕੇ ਦੇ ਨਾਲ ਇਹਨਾਂ ਰਸਾਂ ਦੇ ਵਿੱਚ ਹੀ ਪੈ ਕਰਕੇ ਆਪਣੀ ਜ਼ੁਬਾਨ ਨੂੰ ਲਾ ਕਰਕੇ ਪਰਮੇਸ਼ਰ ਦਾ ਨਾਮ ਭੁਲਾ ਹੀ ਛੱਡਿਆ ਨਾ ਉਕਾਈ। ਇਸ ਕਰਕੇ ਇਹ ਜਿਹੜੇ ਰਸ ਹਨ ਇਹਨਾਂ ਤੋਂ ਵੀ ਆਪਣੇ ਆਪ ਨੂੰ ਉੱਪਰ ਚੁੱਕ, ਇਹਦਾ ਲੱਭ ਛੱਡ ਹੀ ਦੇਣਾ ਕਰ। ਭੋਰਾ ਵੀ ਇਸ ਲੱਭ ਦਾ ਫਾਇਦਾ ਕੋਈ ਨਹੀਂ। ਇਸ ਲੋਭ ਨੇ ਵੱਡੇ ਵੱਡੇ ਘਰ ਗਾਲ ਦਿੱਤੇ। ਇਹਨਾਂ ਦਾ ਪਰਾਏ ਵਾਹਿਗੁਰੂ ਰਸਾਂ ਦਾ ਲੱਭ ਤੇ ਪਰਾਏ ਧਨ ਦਾ ਲੋਭ ਵੀ ਸਤਿਗੁਰੂ ਸਾਹਿਬ ਕਹਿੰਦੇ ਤਿਆਗ ਦੇ। ਮਹਾਰਾਜ ਫਾਇਦਾ ਕੀ ਹੋਵੇਗਾ? ਮਨ ਸਵਾਲ ਕਰਦਾ ਹੈ ਗਰੀਬ ਨਵਾਜ, ਆਪ ਜੀ ਦਾ ਬਚਨ ਮੰਨ ਹੀ ਲਈਏ ਭਲਾ, ਜੇ ਕਾਮ ਵੀ ਛੱਡ ਦਈਏ, ਕ੍ਰੋਧ ਵੀ ਛੱਡ ਦਈਏ, ਲੱਭ ਵੀ ਛੱਡ ਦਈਏ, ਲੋਭ ਵੀ ਛੱਡ ਦਈਏ, ਫਿਰ ਸਤਿਗੁਰੂ ਸਾਹਿਬ ਫਾਇਦਾ ਕੀ ਹੋਇਆ ਸਾਨੂੰ? ਅਸੀਂ ਕਿਸ ਅਵਸਥਾ ਨੂੰ ਪ੍ਰਾਪਤ ਹੋ ਜਾਵਾਂਗੇ
ਗਰੀਬ ਨਵਾਜ ਮਹਾਰਾਜ ਕਹਿੰਦੇ ਹੋਏ ਨਚਿੰਦਾ, ਕਹਿੰਦੇ ਚਿੰਤਾ ਤੋਂ ਰਹਿਤ ਹੋ ਜਾਵੇਂਗਾ। ਚਿੰਤਾ ਤੇ ਤਾਂ ਹੀ ਹੈ ਨਾ ਕਿ ਮੈਂ ਪਦਾਰਥ ਇਕੱਤਰ ਕਿੱਥੋਂ ਕਰਕੇ ਲਿਆਉਣੇ ਨੇ। ਚਿੰਤਾ ਤੇ ਇਸੇ ਗੱਲ ਦੀ ਹੈ ਨਾ ਕਿ ਸਵੇਰੇ ਕਿਹੜੇ ਪਦਾਰਥ ਛਕਣੇ ਨੇ। ਰਾਤ ਨੂੰ ਖਾ ਕਰਕੇ ਦਿਨ ਚੜ੍ਹਦੀ ਦੀ ਚਿੰਤਾ ਰਾਤ ਹੀ ਨਾ ਲੈ ਕੇ ਸੌਂ ਜਾਣਾ ਹੈ। ਨਾਲ ਹੀ ਪਰਿਵਾਰ ਨੂੰ ਕਹੀ ਜਾਣਾ ਹੈ ਕੱਲ ਜਿਹੜੇ ਪਦਾਰਥ ਮਿਲੇ ਸਨ ਇਤਨੇ ਸਵਾਦ ਨਹੀਂ ਸਨ, ਸਵੇਰੇ ਕੁਝ ਚੱਜਦਾ ਬਣਾ ਲਿਆ ਜੇ ਮੇਰੇ ਲਈ। ਘਰ ਮਗਰੋਂ ਆਉਣਾ ਹੈ ਪਹਿਲਾਂ ਹੀ ਕਾਲਾਂ ਕਰੀ ਜਾਣਾ ਮੇਰੇ ਆਉਣ ਤੋਂ ਪਹਿਲਾਂ ਕੋਈ ਚੱਜਦਾ ਬਣਾ ਕਰਕੇ ਮੇਰੇ ਲਈ ਰੱਖਿਓ, ਨਹੀਂ ਤੇ ਮੈਂ ਕੁਝ ਨਹੀਂ ਜੇ ਛਕਣਾ। ਮੈਂ ਇਸ ਤਰੀਕੇ ਦੇ ਪਦਾਰਥਾਂ ਦੇ ਵਿੱਚ ਹੀ ਆਪਣੇ ਜੀਵਨ ਨੂੰ ਸਤਿਗੁਰੂ ਸਾਹਿਬ ਕਹਿੰਦੇ ਕਾਹਦੇ ਲਈ ਬਤੀਤ ਕਰੀ ਜਾ ਰਿਹਾ। ਵਿਚਾਰ ਕਰ, ਸਤਿਗੁਰੂ ਸਾਹਿਬ ਜੀ ਦੇ ਭਾਣੇ ਨੂੰ ਮੰਨ, ਗੁਰਸਿੱਖੀ ਨੂੰ ਮੰਨ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਭਾਣੇ ਨੂੰ ਮੰਨਦਾ ਹੋਇਆ ਨਿਚਿੰਤ ਹੋ ਜਾ। ਭ੍ਰਮ ਕਾ ਸੰਗਲ ਤੋੜ ਨਿਰਾਲਾ, ਤੇ ਜਿਹੜਾ ਭਰਮ ਦਾ ਸੰਗਲ ਪਿਆ ਹੋਇਆ ਨਾ, ਭਰਮ ਕੀ ਹੈ ਭਾਈ? ਉਸ ਤਰ੍ਹਾਂ ਤੇ ਵਿਦਵਾਨਾਂ ਨੇ 4 ਪ੍ਰਕਾਰ ਦਾ ਭਰਮ ਮੰਨਿਆ ਹੈ, ਪਰ ਬਹੁਤ ਲੰਮੀ ਵਿਚਾਰ ਹੈ ਉਸ ਦੇ। ਇੱਥੇ ਸਿੱਧੇ ਰੂਪ ਵਿੱਚ ਹੀ ਆਪਾਂ ਵਿਚਾਰ ਕਰ ਲਈਏ। ਭਰਮ ਕਿਹੜੇ? ਕਹਿੰਦੇ ਤੈਨੂੰ ਭਰਮ ਪਿਆ ਹੋਇਆ ਨਾ, ਪਤਾ ਨਹੀਂ ਰੱਬ ਬੌੜੇ ਤੇ ਨਾ ਬੌੜੇ। ਇਹ ਜਿਹੜਾ ਭਰਮ ਪਿਆ ਹੈ ਇਹ ਸੰਗਲ ਨੂੰ ਤੋੜ ਦੇਣਾ ਕਰ। ਕਿਉਂ? ਉਹ ਸਤਿਗੁਰੂ ਸਾਹਿਬ ਜੀ ਸਦਾ ਅੰਗ ਸੰਗੇ ਅਭੰਗੰ ਬਿਪਤੀ, ਉਹ ਭਾਈ ਸਦਾ ਵਾਸਤੇ ਅੰਗ ਸੰਗ ਪਰਮੇਸ਼ਰ ਵਾਹਿਗੁਰੂ ਹੈ। ਇਹੋ ਹੀ ਭਰਮ ਲੱਗਾ ਹੋਇਆ ਨਾ ਬਹੁਤਾਤ, ਇਹੋ ਹੀ ਵੇਖਣ ਚ ਆਉਂਦਾ ਏ। ਪਤਾ ਨਹੀਂ ਜੀ ਇਹ ਬਾਤ ਹੋਵੇਗੀ ਜਾਂ ਨਾ ਹੋਵੇਗੀ। ਜੇ ਕਿਸੇ ਗੁਰਮੁਖ ਨੇ ਕਹਿ ਦਿੱਤਾ ਭਾਈ ਗੁਰੂ ਕੀ ਬਾਣੀ ਪੜਿਆ ਕਰ, ਗੁਰੂ ਕੀ ਬਾਣੀ ਪੜਨ ਦੇ ਨਾਲ ਵੇਖ ਕਿੰਨੇ ਕਿੰਨੇ ਮਹਾਂਪੁਰਖ ਗੁਰਮੁਖ ਪਿਆਰੇ ਸੂਰਮੇ ਜਪੀ ਤਪੀ ਹੋਏ ਨੇ। ਸਾਰਿਆਂ ਦਾ ਹੀ ਭਲਾ ਗੁਰੂ ਕੀ ਬਾਣੀ ਪੜਨ ਦੇ ਨਾਲ ਹੋਇਆ, ਤੇਰਾ ਵੀ ਹੋ ਜਾਵੇਗਾ। ਤੇ ਵਿਚਾਰਾਂ ਕਰਨ ਲੱਗ ਪਿਆ ਮਨ। ਉਸ ਸਮੇਂ ਬਹੁਤੀਆਂ ਵਿਚਾਰਾਂ ਦੇ ਵਿੱਚ ਨਿੰਮੋ ਝੋਣਾ ਜਿਹਾ ਹੋ ਕਰਕੇ ਸੋਚਦਾ ਹੈ ਬਾਬਾ ਜੀ ਕਹਿੰਦੇ ਤੇ ਸੱਤ ਹੋ, ਪਰ ਐਵੇਂ ਹੋ ਜਾਂਦਾ ਹੈ। ਜਿਵੇਂ ਕਈ ਤੇ ਅਜਿਹੇ ਵੀ ਹਨ, ਨਾਮ ਕੀ ਲੈਣਾ ਹੋਇਆ ਉਹਨਾਂ ਦਾ, ਇੱਥੋਂ ਤੱਕ ਕਹਿ ਦਿੰਦੇ ਜੀ ਸਤਿਗੁਰੂ ਸਾਹਿਬ ਜੀ ਨੇ ਫਲਾਣੇ ਤੇ ਕਿਰਪਾ ਕੀਤੀ, ਐਸ ਤੇ ਕਿਉਂ ਨਹੀਂ ਕਰ ਦਿੱਤੀ, ਇਹਨਾਂ ਤੇ ਕਿਉਂ ਨਹੀਂ ਕੀਤੀ। ਭਾਈ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਸਤਿਗੁਰ ਨੂੰ ਜਿਹਾ ਕੋ ਇਛਦਾ ਤੇਹਾ ਫਲ ਪਾਏ। ਜਿਹੋ ਜੀ ਕਿਸੇ ਨੇ ਇੱਛਾ ਕੀਤੀ ਹੈ। ਆਪ ਗੁਰਦੁਆਰਾ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਹਾਜ਼ਰੀ ਭਰ ਰਹੇ ਹੋ। ਗੁਰਸਿੱਖੋ ਜਿਹੜੇ ਭਾਵਨਾ ਵਾਲੇ ਨੇ ਉਹ ਜਾਣਦੇ ਨੇ ਇਸ ਦਰ ਤੇ ਆਣ ਕਰਕੇ ਜੋ ਵੀ ਮੰਗਿਆ ਹੈ ਮੇਰੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਝੋਲੀਆਂ ਭਰ ਕੇ ਹੀ ਮੋੜਦੇ ਨੇ। ਜੇ ਕਿਸੇ ਨੇ ਪਦਾਰਥ ਮੰਗੇ, ਪਦਾਰਥ ਦੇ ਦਿੱਤੇ ਨੇ। ਜੇ ਕੋਈ ਸਰੀਰਕ ਅਰੋਗਤਾ ਮੰਗਦਾ ਹੈ, ਸਰੀਰ ਅਰੋਗ ਕਰ ਦਿੰਦੇ ਨੇ ਉਹਦਾ। ਜੇ ਕਿਸੇ ਗੁਰਮੁਖ ਬ੍ਰਹਮ ਗਿਆਨੀ ਮਹਾਤਮਾ ਤਤ ਬੇਤੇ ਨੇ ਆਣ ਕਰਕੇ ਬੇਨਤੀ ਕੀਤੀ ਮਹਾਰਾਜ ਆਪ ਕਿਰਪਾਲਤਾ ਕਰੋ, ਬ੍ਰਹਮ ਗਿਆਨ ਦੀ ਦਾਤ ਆਪ ਜੀ ਦੇ ਦਰ ਤੋਂ ਪ੍ਰਾਪਤ ਕਰਨੀ ਹੈ। ਇਸੇ ਦਰ ਨੇ ਉਸ ਨੂੰ ਬ੍ਰਹਮ ਗਿਆਨੀ ਵੀ ਬਣਾ ਦਿੱਤਾ ਨਾ। ਇਹ ਭਾਈ ਦਰ ਸਾਰਿਆਂ ਦਾ, ਜਿਵੇਂ ਸਤਿਗੁਰੂ ਸਾਹਿਬ ਜੀ ਪਾਸ ਕੋਈ ਇੱਛਾ ਕਰਦਾ ਹੈ ਤੈਸੀ ਹੀ ਵਸਤੂ ਸਤਿਗੁਰੂ ਸਾਹਿਬ ਜੀ ਪ੍ਰਾਪਤ ਕਰਵਾ ਦਿੰਦੇ ਨੇ। ਗਰੀਬ ਨਵਾਜ ਮਹਾਰਾਜ ਕਹਿੰਦੇ ਜਿਹੜਾ ਮਾਇਆ ਕਰਕੇ ਭਰਮ ਪਿਆ ਹੋਇਆ ਨਾ, ਤੈਨੂੰ ਪਤਾ ਹੀ ਨਹੀਂ ਪਰਮੇਸ਼ਰ ਕੀ ਕਰੇਗਾ, ਕੀ ਹੋਵੇਗਾ। ਇਹ ਜਿਹੜਾ ਭਰਮ ਦਾ ਸੰਗਲ ਪਿਆ ਹੋਇਆ, ਇਹੋ ਹੀ ਕਿਸੇ ਪਾਸੇ ਤੈਨੂੰ ਲੱਗਣ ਨਹੀਂ ਦੇ ਰਿਹਾ। ਇਹਦੇ ਕਰਕੇ ਰੋਜ਼ ਦੇ ਰੋਜ਼ ਵਿਕਾਰਾਂ ਚ ਗਰਕਦਾ ਹੀ ਜਾਂਦਾ ਹੈ। ਇਸ ਭਰਮ ਕਰਕੇ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਸੰਗਲ ਪਏ ਹੋਏ ਨੇ, ਬੇੜੀਆਂ ਪਈਆਂ ਹੋਈਆਂ ਨੇ। ਇਹ ਸੰਗਲ ਨੂੰ ਵੀ ਤੋੜ ਦੇਣਾ ਕਰ। ਮਹਾਰਾਜ ਕਿਵੇਂ ਟੁੱਟੇਗਾ? ਕਹਿੰਦੇ ਭਾਈ ਸੋ ਭਗਤੀ ਰੂਪੀ ਸੈਣੀ ਲੈ ਕਰਕੇ ਉੱਤੇ ਜਪ ਤਪ ਰੂਪੀ ਹਥੌੜੇ ਮਾਰਨਾ ਕਰ, ਇਹ ਸੰਗਲ ਟੁੱਟ ਜਾਣਗੇ। ਜਦੋਂ ਭਗਤੀ ਰੂਪੀ ਸੈਣੀ ਕੋਲ ਹੋਈ, ਜਪ ਤਪ ਜਦੋਂ ਜਿਸ ਸਮੇਂ ਕੀਤਾ, ਵਾਰ-ਵਾਰ ਪੁਨः ਪਰਮੇਸ਼ਰ ਵਾਹਿਗੁਰੂ ਦਾ ਨਾਮ ਸਿਮਰਨ ਕਰੇਗਾ, ਇਹ ਸੰਗਲ ਟੁੱਟ ਜਾਵੇਗਾ। ਇਹਨੂੰ ਤੋੜਨਾ ਕਰ। ਹਰ ਅੰਤਰ ਹਰ ਰਸ ਪਾਇਆ। ਸੋ ਮਹਾਰਾਜ ਫਿਰ ਕੀ ਹੋਵੇਗਾ? ਕਹਿੰਦੇ ਫਿਰ ਭਾਈ ਅੰਤਰ ਹਿਰਦੇ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦੇ ਹਰ ਨਾਮ ਦਾ, ਹਰ ਨਾਮ ਕਿਹੜਾ? ਜਿਹੜਾ ਸਾਰਿਆਂ ਨੂੰ ਹਾਰੇ ਪਰੇ ਕਰਨ ਵਾਲਾ, ਜਿਸ ਨੇ ਇਸ ਜਿਹੜਾ ਹਿਰਦਾ ਹੈ, ਜਿਹੜਾ ਵਿਕਾਰਾਂ ਦਾ ਮਾਰਿਆ ਹੋਇਆ ਵੇਖ ਕਿਵੇਂ ਹਰ ਸਮੇਂ ਤਰਲੋ ਮੱਛੀ ਹੁੰਦਾ ਰਹਿੰਦਾ ਹੈ ਨਾ।
कदी ये जिहड़ा जीड़ा है बड़ा ऊब उच्चा चले जाता है, कदी धरती तो भी नीवा चलिया जाता है। ਇਹਦੇ अंदर हरि परमेश्वर वाहिगुरु दे नाम रस द्वारा तेरे अंदर तृप्ति हो जावेगी। निसदामन ज्यों चमक चंदायण देखा। सो गरीब नवाज होर कोई कृपा करो, होर सानू विस्तार सहित समझाओ। सतगुरु साहब कहते गुरु कै सिखा जे ते पहली पौड़ी द्वारा तेनू उपदेश दिता है, 15 पौड़ियां होर ने वाहिगुरु, 14 पौड़ियां होर ने, इस शब्द दे 14 पदे होर ने। सो एक कृपा का खजाना ही सतगुरु साहब जी ने खोल दिता। कहते जे अजे भी मन की तृप्ति ना होवे ते सतगुरु साहब जी दे दीदार करन दा सुभाग किवें दा प्रमाण दे के समझाउंदे ने। कहते भाई जिवें रात दे हनेरे दे विच सो बिजली चमके ते तुरे जांदे राही नूं बड़ी दूर तक रस्ता दिस पैंदा, इवें ही महापुरख दसदे ने जदों कोई गुरमुख प्यारा, गुरमुख अवस्था वाला सतगुरु साहिब श्री गुरु ग्रंथ साहिब महाराज जी दे रमाला चुक करके दीदार करदा है, दर्शन करदा है, जिवें हनेरे विच बिजली चमकण ते सो भाई जिवें उस दा आनंद हुंदा, इस तरीके दे नाल सतगुरु साहिब जी दे पावन शब्द दा दीदार करके गुरमुखां नूं आनंद आउंदा। ये गुरमुखां दा सुभाव है। गरीब नवाज महाराज कहंदे सतगुरु साहिब जी दे दीदार सो ये जिहड़ा हिरदा अज्ञानता दे हनेरे दा मारिया होया सी, जदों गरीब नवाज गुरु ग्रंथ साहिब महाराज जी दे दर्शन कीते, जिन्हां नूं अजोके समय दे विच आपां कहने जी पॉजिटिव एनर्जी मिलदी है। आपां फलाणे दे कोल गए, सानू बड़ी पॉजिटिव एनर्जी मिली। सो सारे जाने इस गल दे मन दे झाती मार लईए जिन्हां ने दीदार कीते ने इस समय आण करके। भाई अंदर वड़दियां ही जदों गुरद्वारा साहब वाल नूं मोड़ी पए सां, जिस समय घरे चित्त च सोच ही लिया सी गुरद्वारा बंगला साहब जा करके दीदार करने ने, उसे समय चित्त खड़ा च आ गया सी ना, चित्त च एक वखरी जी खुशी प्राप्त हो गई सी। कारण यह है कि चरण शरण गुर एक पैंडा जाए चल, सतगुरु कोट पैंडा आगे होए लीत है। वो गरीब नवाज सच्चे पातशाह महाराज दयालता करते ने इत्थे, कहंदे जिवें भाई रात नूं सो दामन बिजली दे चमकण करके रस्ता दिस पैंदा है, उसे तरीके दे नाल सतगुरु साहब जी दे दीदार करने ते तेनू ये संसार रूपी समुंदर तो तरन दा रस्ता प्राप्त हो जाएगा। अहनस जोत निरंतर पेखा। फिर महाराज कहंदे दिन पर रात उस अकाल पुरख वाहिगुरु जो निरंतर ज्योति जिहड़ी वरत रही है सारे जीवां दे अंदर, ओ तेनू दृष्टि हो आवेगी। आनंद रूप अनूप स्वरूपा। महाराज वो अकाल पुरख वाहिगुरु जो अदृष्ट है, अगोचर है, जो गरीब नवाज सच्चे पातशाह महाराज जिस दे बाबत आप समझा रहे हो, ओदा स्वरूप लखण भी कोई दसो। कहंदे आनंद रूप, कहंदे भाई आनंद नूं देण वाला उसका रूप है। सो जिन्हां नूं ओदी प्राप्ति होगी आनंद रूप विच ही समा गए। उन्होंने ते पुछया, वो कहंदे कहो कबीर गूंगे गुड़ खाया, पूछे ते क्या कहिए। वो कहंदे भाई हुण कुछ कह नहीं सकते, इथों तक कह दिता कहो कबीर शूशा घट बोले, भरिया होए सो कबह ना डोले। कहन लगे भाई हुण कुछ कहण दे समर्थ नहीं हाँ, जो अकाल पुरख वाहिगुरु ने आनंद विखाल दिता है, जो आनंद दी दात बख्शी है, ओ कहण ते कथन दा विषा नहीं, कहबे को शोभा नहीं, देखा ही प्रमाण। आनंद रूप ओ अकाल पुरख वाहिगुरु है, अनूप उपमा तो रहत ओदा स्वरूप है जी। जिन्हों आपां गुरबाणी च पढ़दे तेरे कवण कवण गुण कह कह गावां, तू साहिब गुणी निधाना। पूरा देखाया। सो महाराज ऐसा स्वरूप कित्थों प्राप्त हुंदा है, कृपा करके सानू दसो। कहंदे भाई पूरे गुरां दी संगत द्वारा, एवें नहीं जदों पूरा गुरु मिल जावे तां भाई ओ जिहड़ा अनूप उपमा तो रह स्वरूप है, जिहड़ा आनंद देण वाला स्वरूप है, ओ दृष्टि आ जांदा है। वरना ते भाई सतगुर नूं सब को देखदा, जेता जगत संसार डिठै मुक्त ना होवे, जिचर शब्द ना करे विचार। वेखी ते सारे जाने हाँ, पर जिस समय सतगुरु साहब जी नूं संपूर्ण गुरु मन करके गुरु ग्रंथ साहिब महाराज जी दे पास
ਸੋ ਭਾਈ ਨਮਸਕਾਰਾਂ ਕੀਤੀਆਂ, ਅਰਜ਼ੋਈਆਂ ਤੇ ਬੜੀਆਂ ਕੀਤੀਆਂ, ਪਰ ਸਤਿਗੁਰੂ ਸਾਹਿਬ ਜੀ ਨੂੰ ਜਿਤਨਾ ਚਿਰ ਪ੍ਰਤੱਖ ਗੁਰੂ ਸਰੂਪ ਮੰਨ ਕਰਕੇ ਭਾਵਨਾ ਨਾ ਕੀਤੀ, ਨਾ ਪੂਰੇ ਗੁਰੂ ਦੇ ਜਿਤਨਾ ਚਿਰ ਚਰਨੀ ਨਾ ਲੱਗੇ, ਉਤਨਾ ਚਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਪ੍ਰਾਪਤੀ ਨਹੀਂ ਹੋਣੀ। ਜਦੋਂ ਪੂਰਾ ਗੁਰੂ ਮਿਲ ਗਿਆ, ਪ੍ਰਾਪਤ ਹੋ ਗਿਆ, ਫਿਰ ਭਾਈ ਸਭ ਆਨੰਦ ਪ੍ਰਸੰਨ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾਲਤਾ ਹੋ ਜਾਂਦੀ ਹੈ ਜੀ। ਉਹਨਾਂ ਨੇ ਫਿਰ ਵਿਖਾ ਦਿੱਤਾ, ਘਟ ਘਟ ਮੈਂ ਹਰ ਜੂ ਬਸ। ਫਿਰ ਦੱਸਿਆ ਹੈ, ਫਿਰ ਜਿਹੜਾ ਅਦ੍ਰਿਸ਼ਟ ਸੀ ਉਹ ਦ੍ਰਿਸ਼ਟੀ ਆ ਗਈ। ਜਿਵੇਂ ਮਹਾਤਮਾ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੂੰ ਦ੍ਰਿਸ਼ਟੀ ਆਇਆ ਹੈ, ਭਾਈ ਕਿਸੇ ਦੇ ਨਾਲ ਉਹਨਾਂ ਦਾ ਵੈਰ ਵਿਰੋਧ ਨਹੀਂ। ਉਹ ਦੁਸ਼ਮਣ ਵੀ ਜੇ ਉਹਨਾਂ ਦੀ ਸ਼ਰਨ ਵਿੱਚ ਆ ਜਾਵੇ ਤੇ ਉਹਦਾ ਵੀ ਭਲਾ ਹੀ ਕਰ ਦਿੰਦੇ। ਉਹ ਕਿਸੇ ਦੇ ਨਾਲ ਵੈਰ ਵਿਰੋਧ ਕਰਦੇ ਹੀ ਨਹੀਂ। ਕਿਉਂ? ਉਹਨਾਂ ਦੀ ਅਵਸਥਾ ਬਣ ਗਈ ਹੈ ਕਿ ਅਸੀਂ ਸਾਰਿਆਂ ਦੇ ਨਾਲ ਹੀ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਬਣਾ ਕੇ ਸਾਜਨ। ਉਹਨਾਂ ਨੇ ਸਾਰਿਆਂ ਨੂੰ ਆਪਣੇ ਮੀਤ ਮਿੱਤਰ ਬਣਾ ਲਿਆ ਏ। ਕਿਉਂ? ਜਿਹੜਾ ਅਦ੍ਰਿਸ਼ਟ ਪਰਮੇਸ਼ਰ ਸੀ ਉਹ ਉਹਨਾਂ ਨੂੰ ਸਾਰਿਆਂ ਦੇ ਵਿੱਚੋਂ ਹੀ ਨਦਰੀ ਆ ਗਿਆ ਜੀ। ਸਤਿਗੁਰ ਮਿਲੋ ਆਪੇ ਪ੍ਰਭ ਤਾਰੇ। ਸੋ ਮਹਾਰਾਜ ਸਾਨੂੰ ਤੇ ਧਰਮ ਦਾ ਸੰਸਥਾ ਬਣਿਆ, ਇਹ ਬੜੀਆਂ ਉੱਚੀਆਂ ਬਾਤਾਂ ਨੇ। ਕੋਈ ਸੌਖਾ ਜਿਹਾ ਰਸਤਾ ਦੱਸ ਦੇਵੋ ਸਾਨੂੰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ, ਕਿਰਪਾਲਤਾ ਕਰੋ। ਸੋ ਸਾਡੇ ਧਰਮ ਦਾ ਕੋਈ ਪ੍ਰਬੰਧ ਕਰ ਦੇਵੋ। ਜਿਵੇਂ ਆਪਾਂ ਕਿਸੇ ਵੱਡੇ ਦੇ ਪਾਸ ਜਾਈਏ ਤੇ ਉਹਨੂੰ ਆਨੇ ਜੀ ਤੁਸੀਂ ਜਿਹੜੀ ਵੱਡੀ ਗੱਲ ਏ, ਜਿਹੜਾ ਬਹੁਤਾ ਸਮਾਂ ਪਾ ਕੇ ਹੋਣ ਵਾਲੀ ਏ ਨਾ, ਇਹ ਛੱਡ ਦੇਵੋ, ਆ ਛੋਟਾ ਜਿਹਾ ਪ੍ਰਬੰਧ ਪਹਿਲਾਂ ਕਰ ਦੇਵੋ। ਗਰੀਬ ਨਵਾਜ ਠੀਕ ਹੈ, ਅਸੀਂ ਹਾਂ ਅਲਪੱਗ ਜੀਵ, ਸਾਡੀ ਬੁੱਧੀ ਦੀ ਸ਼ਮਤਾ ਇਤਨੀ ਨਹੀਂ। ਕਿਰਪਾ ਕਰੋ, ਸਾਡੇ ਤੇ ਦਿਆਲਤਾ ਕਰੋ। ਕੋਈ ਧਰਮ ਦਾ ਸੁਖੈਨ ਜਿਹਾ ਰਸਤਾ ਛੇਤੀ ਦੇਣੇ ਜੇ ਅਸੀਂ ਤਰ ਜਾਈਏ, ਉਧਰ ਜਾਈਏ। ਮਹਾਰਾਜ ਐਸਾ ਕੋਈ ਰਸਤਾ ਹੈ? ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੇ ਸਤਿਗੁਰੂ ਗਰੀਬ ਨਵਾਜ ਮਹਾਰਾਜ ਕਹਿੰਦੇ ਭਾਈ ਸਤਿਗੁਰ ਮਿਲੋ ਆਪੇ ਪ੍ਰਭ ਤਾਰੇ। ਭਾਈ ਸਤਿਗੁਰੂ ਸਾਹਿਬ ਜੀ ਨੂੰ ਮਿਲ ਜਾਵੋ, ਸੰਗੀ ਹੋ ਜਾਵੋ ਗੁਰੂ ਕੀ ਸੰਗਤ ਦੇ, ਆਪੇ ਗਰੀਬ ਨਵਾਜ ਕਿਰਪਾ ਕਰਕੇ ਇਸ ਸੰਸਾਰ ਸਮੁੰਦਰ ਤੋਂ ਤਾਰ ਲੈਣਗੇ ਜੀ। ਸਸ ਘਰ ਸੂਰ ਦੀਪਕ ਗਹਿਣਾਰੇ। ਸੋ ਮਹਾਰਾਜ ਕੋਈ ਇੱਥੇ ਵੀ ਪ੍ਰਮਾਣ ਹੈ, ਕਿਵੇਂ ਤਰ ਜਾਵਾਂਗੇ, ਸਾਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ? ਕਹਿੰਦੇ ਹਾਂ, ਜਿਵੇਂ ਸੱਸ ਘਰ, ਸੱਸ ਨਾਮ ਹੈ ਚੰਦਰਮਾ ਦਾ, ਉਹਦਾ ਘਰ ਕੀ ਹੈ? ਰਾਤ। ਤੇ ਰਾਤ ਦੇ ਸਮੇਂ ਜਾਂ ਭਾਈ ਜਿਸ ਸਮੇਂ ਦੋ ਦੀਵੇ ਨੇ ਵੱਡੇ ਪਰਮੇਸ਼ਰ ਦੇ ਥਾਪੇ ਹੋਏ, ਚੰਦਰਮਾ ਤੇ ਸੂਰਜ, ਭਾਵੇਂ ਮੱਸਿਆ ਦੀ ਜਿਤਨੀ ਮਰਜ਼ੀ ਵੀ ਕਾਲੀ ਬੋਲੀ ਰਾਤ ਹੋਵੇ, ਚੰਦਰਮਾ ਵੀ ਨਾ ਚੜਿਆ ਹੋਵੇ, ਪਰ ਜਿਸ ਸਮੇਂ ਸੂਰਜ ਦਾ ਚੜਾਅ ਹੋ ਜਾਂਦਾ, ਫਿਰ ਜਿਹੜੇ ਭਾਈ ਨਿੱਕੇ ਦੀਵੇ ਨੇ ਉਹਨਾਂ ਦੀ ਗਿਣਤੀ ਕੀ ਗਿਣੀ ਜਾਂਦੀ। ਇਸੇ ਤਰੀਕੇ ਦੇ ਨਾਲ ਜਦੋਂ ਹਿਰਦੇ ਘਰ ਵਿੱਚ ਗਿਆਨ ਰੂਪੀ ਸੂਰਜ ਗੁਰੂ ਕੇ ਦਰਸ਼ਨਾਂ ਦੁਆਰਾ, ਗੁਰੂ ਕੀ ਬਾਣੀ ਪੜਨ ਦੁਆਰਾ ਚੜ ਆਇਆ, ਫਿਰ ਸਤਿਗੁਰੂ ਸਾਹਿਬ ਕਹਿੰਦੇ ਫਿਰ ਨਿੱਕੇ ਮੋਟੇ ਦੀਵਿਆਂ ਦੀ ਬਾਤ ਕੀ ਕਰਨੀ ਹੋਈ। ਫਿਰ ਤੇਰੇ ਜਿਹੜੇ ਨਿੱਕੇ ਮੋਟੇ ਸਾਧਨ ਨੇ ਉਹ ਤੇ ਧਰੇ ਧਰਾਏ ਰਹਿ ਜਾਣੇ ਨੇ। ਇਸ ਕਰਕੇ ਪੂਰੇ ਸਤਿਗੁਰ ਦੀ ਪ੍ਰਾਪਤੀ ਦੁਆਰਾ ਤੇਰੇ ਤੇ ਇਹ ਬਖਸ਼ਿਸ਼ ਹੋ ਜਾਵੇਗੀ। ਗਿਆਨ ਰੂਪੀ ਸੂਰਜ ਹਿਰਦੇ ਰੂਪੀ ਘਰ ਵਿੱਚ ਚੜ ਆਵੇਗਾ ਜੀ। ਦੇਖ ਅਦ੍ਰਿਸ਼ਟ ਰਹੋ ਲਿਵ ਲਾਗੀ। ਤੇ ਜਿਹੜਾ ਅਦ੍ਰਿਸ਼ਟ ਅਕਾਲ ਪੁਰਖ ਵਾਹਿਗੁਰੂ ਨੇ ਹੈ, ਗਿਆਨ ਦੁਆਰਾ ਉਹਨੂੰ ਵੇਖ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ, ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਉਹਨਾਂ ਦੀ ਲਿਵ ਲੱਗੀ ਹੋਈ ਹੈ ਜੀ। ਸਤ ਤ੍ਰਿਭਵਨ ਬ੍ਰਹਮ ਸੁਭਾਇਆ। ਸਤ ਤ੍ਰਿਭਵਨ ਬ੍ਰਹਮ ਸੁਭਾਇਆ। ਸੋ ਭਾਈ ਉਹਨਾਂ ਨੂੰ ਸਾਰਿਆਂ ਹੀ ਥਾਵਾਂ ਦੇ ਉੱਤੇ, ਕਿੱਥੇ ਕਿੱਥੇ, ਸਾਰਿਆਂ ਥਾਵਾਂ ਤੇ ਉਹਨਾਂ ਨੂੰ ਉਹ ਪਰਮੇਸ਼ਰ ਵਾਹਿਗੁਰੂ ਹੀ ਦ੍ਰਿਸ਼ਟੀ ਆਇਆ ਹੈ ਜੀ। ਸੱਚ ਸਰੂਪ ਤ੍ਰਿਭਵਨ ਤਿੰਨਾਂ ਹੀ ਲੋਕਾਂ ਦੇ ਵਿੱਚ। ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਭਉ ਜਾਏ। ਸੋ ਜਿਨ੍ਹਾਂ ਨੇ ਭਾਈ ਅੰਮ੍ਰਿਤ ਰੂਪੀ ਨਾਮ ਦਾ ਰਸ ਪ੍ਰਾਪਤ ਕਰ ਲਿਆ, ਜਿਨ੍ਹਾਂ ਨੂੰ ਬਾਣੀ ਪੜਨ ਦਾ ਰਸ ਆ ਗਿਆ ਹੈ, ਜਿਨ੍ਹਾਂ ਨੂੰ ਵਾਹਿਗੁਰੂ ਵਾਹਿਗੁਰੂ ਉਚਰਨ ਦਾ ਰਸ ਆ ਗਿਆ ਹੈ, ਜਿਨ੍ਹਾਂ ਦਾ ਭਾਈ ਚਿੱਤ ਗੁਰੂ ਕੀ ਬਾਣੀ ਦੇ ਨਾਲ ਜੁੜ ਗਿਆ ਹੈ, ਉਹਨਾਂ ਨੂੰ ਭਾਈ ਪਰਮੇਸ਼ਰ ਵਾਹਿਗੁਰੂ ਦੇ ਇਸ ਅੰਮ੍ਰਿਤ ਰੂਪੀ ਨਾਮ ਨੂੰ ਪ੍ਰਾਪਤ ਕਰਨੇ ਤੇ ਕੀ ਹੋਇਆ, ਕੀ ਮਿਲਿਆ? ਉਹਨਾਂ ਦੀ ਭਾਈ ਤ੍ਰਿਸ਼ਨਾ ਵੀ ਲੱਥ ਗਈ ਹੈ, ਪਦਾਰਥਾਂ ਦੀ ਤ੍ਰਿਸ਼ਨਾ ਵੀ ਕੋਈ ਨਹੀਂ ਰਹੀ। ਇਹ ਨਹੀਂ ਕਿ ਆਗਾਹ ਦੇ ਆਗਾਹ ਜੋੜਨ ਦੀ ਤ੍ਰਿਸ਼ਨਾ ਬਣੀ ਹੋਈ ਹੈ, ਉਹ ਤੇ ਭਾਈ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਤ੍ਰਿਸ਼ਨਾ ਤੋਂ ਰਹਿਤ ਹੋ ਗਏ। ਕਿਸੇ ਵੀ ਪ੍ਰਕਾਰ ਦੀ ਤ੍ਰਿਸ਼ਨਾ ਨਹੀਂ।
ਜਿਵੇਂ ਬਾਬਾ ਰਾਮ ਕੋਇਰ ਜੀ ਵਰਗੇ ਮਹਾਂਪੁਰਖ ਸੇਵਕ ਨੇ ਆਣ ਕਰਕੇ ਸੋ ਪੇਟ ਨੂੰ ਮਿਣ ਕਰਕੇ ਕੱਪੜਾ ਰੱਖਿਆ ਹੋਇਆ, ਕੱਪੜਾ ਗੁਰ ਇਤਿਹਾਸ ਗੁਰੂ ਕੇ ਸਿੱਖਾਂ ਦਾ ਪੜ੍ਹੀਏ। ਬਾਬਾ ਰਾਮ ਕੌਰ ਜੀ ਦੇ ਸੇਵਕਾਂ ਨੇ ਕੱਪੜਾ ਰੱਖਿਆ, ਢਿੱਡ ਨੂੰ ਲਪੇਟ ਕੇ ਆਖਣਾ, ਬਾਬਾ ਜੀ ਆਪ ਜੀ ਨੂੰ ਭੁੱਖ ਲੱਗ ਗਈ ਹੈ। ਅੱਛਾ ਭਾਈ ਗੁਰਸਿੱਖੋ ਲਿਆਓ ਪ੍ਰਸ਼ਾਦਾ ਛਕ ਲੈਨੇ। ਪ੍ਰਸ਼ਾਦਾ ਛਕ ਰਹੇ ਨੇ, ਫਿਰ ਕਹਿ ਦਿੱਤਾ, ਬਾਬਾ ਜੀ ਆਪ ਜੀ ਰੱਜ ਗਏ ਜੇ, ਚੰਗਾ ਭਾਈ ਫਿਰ ਲੈ ਜਾਓ। ਐਸੀ ਤ੍ਰਿਸ਼ਨਾ ਵੀ ਪਦਾਰਥਾਂ ਦੀ, ਕੋਈ ਰਸਾਂ ਦੀ, ਰਸ ਖਾਣ ਦੀ ਵੀ ਲੱਭ ਨਹੀਂ ਹੈ ਖਾਣ ਦਾ। ਸੋ ਪਦਾਰਥ ਜੋੜਨ ਦੀ ਵੀ ਤ੍ਰਿਸ਼ਨਾ ਨਹੀਂ। ਜੇ ਚੋਰੀ ਹੋ ਗਈ ਤੇ ਤਾਂ ਵੀ ਕੋਈ ਅਵਸਥਾ ਦੇ ਵਿੱਚ ਫਰਕ ਨਹੀਂ। ਬਾਬਾ ਰਾਮ ਕੌਰ ਜੀ ਦਾ ਬੜਾ ਵੱਡਾ ਇਤਿਹਾਸ ਐਸੇ ਗੁਰਮੁਖ ਮਹਾਂਪੁਰਖਾਂ ਦਾ। ਇਸੇ ਤਰੀਕੇ ਦੇ ਨਾਲ ਕਿੰਨਿਆਂ ਕੁ ਮਹਾਂਪੁਰਖਾਂ ਦੀ ਗਿਣਤੀ ਕਰੀਏ। ਬਾਬਾ ਬੁੱਢਾ ਸਾਹਿਬ ਜੀ ਆਦਿਕ ਸਤਿਗੁਰੂ ਸਾਹਿਬ ਜੀ ਦੇ ਅਨੰਨ ਸੇਵਕ ਬਾਬਾ ਮਰਦਾਨਾ ਜੀ ਜੀਵਨ ਪਰਯੰਤ ਸਤਿਗੁਰੂ ਸਾਹਿਬ ਜੀ ਦੀ ਸੇਵਾ ਕੀਤੀ। ਇੱਕ ਵੀ ਤਰੀਕੇ ਦਾ ਭਾਈ ਕੋਈ ਲੱਭ ਲੋਭ ਲਾਲਚ ਨਹੀਂ ਕੀਤਾ ਕਿ ਮੇਰੇ ਪਰਿਵਾਰ ਲਈ ਮਹਾਰਾਜ ਕੋਈ ਜਾਇਦਾਦ ਬਣਾ ਕੇ ਦੇ ਦੇਵੋ। ਤਰਲੋਕੀ ਦਾ ਰਾਜ ਬਾਬਾ ਮਰਦਾਨਾ ਜੀ ਆਪਣੀਆਂ ਕੁੱਲਾਂ ਨੂੰ ਲੈ ਕੇ ਦੇ ਸਕਦੇ ਸਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ, ਪਰ ਭਾਈ ਕੋਈ ਵੀ ਤ੍ਰਿਸ਼ਨਾ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਅੰਦਰ ਨਹੀਂ ਰਹੀ। ਕਿੰਨਾਂ ਦੇ? ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਰਸ ਨੂੰ ਪ੍ਰਾਪਤ ਕੀਤਾ ਹੈ, ਅਥਵਾ ਜਿਨ੍ਹਾਂ ਸਤਿਗੁਰੂ ਸਾਹਿਬ ਜੀ ਦਾ ਹੁਕਮ ਮੰਨ ਕਰਕੇ ਜਿਹੜੇ ਅੰਮ੍ਰਿਤ ਧਾਰੀ ਹੋ ਗਏ। ਹੁਣ ਮਨ ਚ ਵਿਚਾਰ ਆ ਜਾਣੇ, ਜੀ ਅਸੀਂ ਬੜੇ ਵੇਖੇ ਨੇ ਉਹਨਾਂ ਨੇ ਅੰਮ੍ਰਿਤ ਛਕਿਆ ਹੈ ਪਰ ਉਹ ਬੜਾ ਲਾਲਚ ਕਰਦੇ ਨੇ। ਸਾਡੇ ਮਨ ਚ ਇਹ ਵਿਚਾਰ ਆ ਸਕਦੇ, ਭਾਈ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕ ਲੈਣਾ ਕਿਸੇ ਮਜਬੂਰੀ ਵਸ ਹੋ ਕਰਕੇ ਉਹ ਬਾਤ ਹੋਰ ਹੈ, ਪਰ ਅੰਮ੍ਰਿਤ ਦੀ ਸ਼ਕਤੀ ਨੂੰ ਧਾਰਨ ਗ੍ਰਹਿਣ ਕਰਨਾ ਬਾਤ ਹੋਰ ਹੈ। ਜਿਨ੍ਹਾਂ ਨੇ ਅੰਮ੍ਰਿਤ ਦੀ ਸ਼ਕਤੀ ਨੂੰ ਗ੍ਰਹਿਣ ਕੀਤਾ ਹੈ ਉਹ ਫਿਰ ਕਿਸੇ ਵੀ ਲਾਲਚ ਵਿੱਚ ਨਹੀਂ ਫਸਦੇ। ਉਹ ਤੇ ਜਰਾ ਹੋ ਕਰਕੇ ਸੋ ਇਸ ਸੰਸਾਰ ਤੋਂ ਬੰਦ ਕਟਵਾ ਕੇ ਤੁਰ ਜਾਂਦੇ ਨੇ, ਪਰ ਅੰਮ੍ਰਿਤ ਦੀ ਸ਼ਕਤੀ ਨੂੰ ਛੱਡਦੇ ਨੇ। ਉਹ ਤੇ ਐਸੇ ਨਾਮ ਰਸ ਵਿੱਚ ਲਿਪਤ ਹੋਏ ਹਨ, ਉਹ ਤੇ ਅਜਿਹੇ ਹਨ ਖੋਪੜ ਵੀ ਲੱਥ ਜਾਂਦਾ ਹੈ। ਜਲਾਦ ਆਣ ਕਰਕੇ ਕਹਿੰਦਾ, ਕਾਹਦੇ ਲਈ ਖੋਪੜੀ ਲਵਾਉਣਾ ਏ? ਵੇਖ ਕਾਜੀ ਸਾਹਿਬ ਇੰਨੇ ਸੁੰਦਰ ਤੈਨੂੰ ਲਾਲਚ ਦੇ ਰਹੇ ਨੇ, ਇੰਨਾ ਸੁੰਦਰ ਧਨ ਦੌਲਤ ਤੈਨੂੰ ਦੇ ਰਹੇ ਨੇ, ਸੋ ਇਹ ਲੈ ਤਾਰੂ ਸਿੰਘਾ, ਕਾਹਦੇ ਲਈ ਆਪਣੀ ਜਾਨ ਅਜਾਈ ਗਵਾਉਣਾ ਏ? ਤੂੰ ਜਵਾਨ ਹੈ, ਮੈਨੂੰ ਤਰਸ ਆਉਂਦਾ ਤੇਰੇ ਤੇ। ਉਸ ਸਮੇਂ ਕਹਿ ਦਿੱਤਾ, ਭਾਈ ਨਹੀਂ, ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਤੇ ਨਹੀਂ ਤਿਆਗੀ ਜਾ ਸਕਦੀ। ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦਾ ਪਿਆਰ ਇਹ ਨਹੀਂ ਉਹ ਛੱਡਿਆ ਜਾ ਸਕਦਾ, ਇਹਦੇ ਨਾਲੋਂ ਕੋਈ ਕੀਮਤੀ ਚੀਜ਼ ਹੋ ਹੀ ਨਹੀਂ ਸਕਦੀ। ਕਹਿ ਦਿੱਤਾ, ਸਾਜੋ ਸਮਾਜ ਤਰਲੋਕੀ ਕਾ ਰਾਜ, ਕਬੀਰ ਕੀ ਮਾਇਆ ਕਾ द्वार खुलेगा, एती विभूति को देखत मिलत, नहीं तारू मृदंग का चित डुलेगा। कहने लगे ते कुछ भी नहीं, सो पढ़िया ते सुनिया है विद्वाना पासों कि कबीर जिहड़ा है वो परमेश्वर दा खजानची है। कहंदे जे ओदी माया दा दरवाजा भी खुल जावे ना, कलगीधर प्रीतम सतगुरु साहब जी दा प्यार नहीं छड्डिया जा सकदा, ये खोपड़ी ते लहाई जा सकदी। वो परमेश्वर वाहिगुरू दे प्यारे जिन्हां अमृत दी शक्ति नूं धारण कीता, ताइयों शब्द है अमृत धारी। पहला आपां कहने अमृत अभिलाषी हन, इन्हां नूं अमृत छकण दी इच्छा होई ते अज अमृत दी अभिलाषा इन्हां दी पूरी होई। बाद विच लफ्ज है अमृत धारी, इन्हां ने अमृत दी शक्ति नूं धारण ग्रहण कीता। जिन्हां ने भाई ग्रहण कर लिया ना, वो फिर कदी डोलदे नहीं। उन्हां नूं फिर जितनी मर्जी भी लालच दिते जाण, कोई तृष्णा नहीं। वो तृष्णा तो उपर उठ गए हैं जी। भौ डर भी चुकिया गया, मौत का ही सब नूं वड्डा डर सी ना, वो भी नहीं रहिंदा जी। अनभव पद पावे आप गवाए, सो उन्हां ने अणभव पदवी नूं पालिया, भाव तो रहत डर तो रहत पदवी नूं प्राप्त हो गए हन। उन्हां ने भाई वो परमेश्वर वाहिगुरू दे नाम रूपी पदवी नूं प्राप्त कीता है। ऊंची पदवी ऊंचो ऊंचा, सो भाई उच्ची पदवी है परमेश्वर दे प्यारियां दी। क्यों? सारियां नालों उच्चा परमेश्वर वाहिगुरू, जिहदे बाबत आपां पढ़दे हां गुरबाणी, सब ते वड्डा सतगुरु नानक जिन कल राखी ने। जिहड़े सारियां तो वड्डे सतगुरु साहब जी सन, जिहड़ी उच्ची पदवी किहड़ी सी? तुरिया अवस्था विच उन्हां दा टका हो गया है।
ਉਹ ਇਸ ਸੰਸਾਰ ਦੀਆਂ ਬਾਤਾਂ ਤੋਂ ਉੱਪਰ ਉੱਠ ਗਏ ਹਨ ਜੀ। ਨਿਰਮਲ ਸ਼ਬਦ ਕਮਾਇਆ। ਸੋ ਮਹਾਰਾਜ ਇੰਨੀ ਉੱਚੀ ਪਦਵੀ ਮਿਲੀ ਕਿਵੇਂ ਉਹਨਾਂ ਨੂੰ? ਕਹਿੰਦੇ ਉਹਨਾਂ ਨੇ ਨਿਰਮਲ, ਜਿਹੜਾ ਮੈਲ ਨੂੰ ਕੱਟ ਕੇ ਪਰਮੇਸ਼ਰ ਦੀ ਪ੍ਰਾਪਤੀ ਕਰਵਾਉਣ ਵਾਲਾ ਸ਼ਬਦ ਸੀ ਨਾ ਭਾਈ, ਉਹ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਨੇ ਜਪਿਆ ਹੈ, ਉਹਨੂੰ ਕਮਾਇਆ, ਉਹਦੀ ਕਮਾਈ ਕੀਤੀ। ਹੁਣ ਕਈ ਮੇਰੇ ਵਰਗੇ ਜਿਹੜੇ ਨਹੀਂ ਹਨ, ਢਲਿਆਈ ਹੈ ਮਨ ਦੀ ਆਪਣੀ, ਨਹੀਂ ਗੁਰੂ ਕੀ ਬਾਣੀ ਪੜੀ ਜਾਂਦੀ, ਨਹੀਂ ਬਹੁਤਾ ਨਾਮ ਜਪ ਅਭਿਆਸ ਹੁੰਦਾ, ਉਹਨਾਂ ਨੂੰ ਕਹੀਏ ਭਾਈ, ਕਿਸੇ ਨੇ ਕਹਿ ਦਿੱਤਾ ਕਿ ਕੋਈ ਗੁਰਮੁਖ ਪਿਆਰਾ ਇਤਨੀ ਬਾਣੀ ਪੜਦਾ ਹੈ, ਤਤ ਛਣੇ ਕਹਿ ਦਿੱਤਾ, ਕਹਿੰਦੇ ਇਹ ਤੋਤਾ ਰਟਣ ਹੈ। ਇੱਥੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੇ ਕਮਾਇਆ, ਕਮਾਈ ਕੀਤੀ ਹੈ ਗੁਰੂ ਕੇ ਸ਼ਬਦ ਦੀ, ਜਿਹਨੂੰ ਆਪਾਂ ਗੁਰਬਾਣੀ ਚ ਪੜਦੇ, ਕੇਸੋ ਕੇਸੋ ਕੂਕੀਏ ਕਬਹੂ ਕੇ ਸੁਣੇ ਪੁਕਾਰ। ਭਾਈ ਪੁਨਹਾ ਪੁਨਹਾ ਪੜੀ ਜਾ, ਕਿਤੇ ਨਾ ਕਿਤੇ ਤੇ ਪਰਮੇਸ਼ਰ ਪੁਕਾਰਾਂ ਸੁਣੇਗਾ ਹੀ ਨਹੀਂ। ਸੋ ਜਿਸ ਤਰੀਕੇ ਦੇ ਨਾਲ ਇੱਕ ਸੰਸਾਰਕ ਉਦਾਹਰਨ ਹੈ, ਕਹਿੰਦੇ ਰੋਈਏ ਨਾ ਤੇ ਮਾਂ ਵੀ ਦੁੱਧ ਨਹੀਂ ਦਿੰਦੀ। ਜੇ ਬੱਚਾ ਰੋਵੇ ਨਾ ਤੇ ਬੱਚੇ ਦਾ ਵਰਲਾਪ ਸੁਣ ਕੇ ਹੀ ਮਾਤਾ ਨੂੰ ਤਰਸ ਆਇਆ। ਇਸੇ ਤਰੀਕੇ ਦੇ ਨਾਲ ਜਿਨ੍ਹਾਂ ਨੇ ਕੀਰਤਨ ਵਿੱਚ ਪਾ ਕਰਕੇ ਬੇਨਤੀਆਂ ਕੀਤੀਆਂ, ਜਿਨ੍ਹਾਂ ਨੇ ਆਣ ਕਰਕੇ ਪ੍ਰੇਮ ਸ਼ਰਧਾ ਭਾਵਨਾ ਸਹਿਤ ਆਣ ਕਰਕੇ ਆਵਾਜ਼ਾਂ ਦੇ ਦੇ ਕੇ ਆਖਿਆ, ਗਰੀਬ ਨਵਾਜ ਕਿਰਪਾਲਤਾ ਕਰ, हे ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਟ ਦਹਿਦਸ ਭਰਵੇਂ, ਥੱਕ ਆਏ ਪ੍ਰਭ ਕੀ ਸ਼ਾਮ, ਢੇਣ ਦੁਦੇ ਤੇ ਬਾਹਰੀ, ਕਿਤੈ ਨਾ ਆਵੈ ਕਾਮ, ਜਲ ਬਿਨ ਸ਼ਾਖ ਕੁ ਮਿਲਾਵਤੀ, ਉਪਜੈ ਨਾਹੀ ਧਾਮ। ਸੋ ਗਰੀਬ ਨਵਾਜ ਕਿਰਪਾ ਕਰੋ, ਕਿਤੇ ਸਾਡੇ ਤੇ ਤੁਠੋ। ਜਿਨ੍ਹਾਂ ਬੇਨਤੀਆਂ ਕੀਤੀਆਂ ਇਸ ਤਰੀਕੇ ਦੇ ਨਾਲ ਵਾਰ-ਵਾਰ, ਗੁਰੂ ਕੇ ਸਿੱਖੋ, ਉਹਨਾਂ ਦਾ ਤੋਤਾ ਰਟਨ ਨਹੀਂ, ਕਮਾਈ ਹੈ। ਉਹਨਾਂ ਨੇ ਜੀਵਨ ਕਮਾ ਲਿਆ ਹੈ। ਜੀਵਨ ਕਮਾਉਣ ਤੇ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ, ਤਾਂ ਕਿਉਂ? ਉਹਨਾਂ ਨੇ ਨਿਰਮਲ ਸ਼ਬਦ ਦੀ ਕਮਾਈ ਕੀਤੀ, ਤਾਂ ਉਹ ਉੱਚੇ ਹੋਏ ਨੇ। ਉਹ ਐਵੇਂ ਨਹੀਂ। ਹੁਣ ਮਹਾਤਮਾ ਮਹਾਂਪੁਰਖ ਜਿਨ੍ਹਾਂ ਦੇ ਆਪਾਂ ਚਰਨਾਂ ਤੇ ਜਾ ਕਰਕੇ ਨਮਸਕਾਰ ਕਰਦੇ ਹਾਂ, ਭਾਈ ਆਪਣੀ ਸਰੀਕੇ ਚੋਂ, ਆਪਣੀ ਰਿਸ਼ਤੇਦਾਰੀ ਚੋਂ ਤੇ ਕੋਈ ਨਹੀਂ ਨਾ ਪਤਾ ਲੱਗਾ ਇਹਨੇ ਪਰਮੇਸ਼ਰ ਦੇ ਸ਼ਬਦ ਦੀ ਕਮਾਈ ਕੀਤੀ। ਬਾਬਾ ਹਰਬੰਸ ਸਿੰਘ ਜੀ ਮਹਾਂਪੁਰਖ, ਸੋ ਸਾਰੀ ਦਿੱਲੀ ਦੀ ਸੰਗਤ ਉਹਨਾਂ ਦੇ ਚਰਨਾਂ ਤੇ ਝੁਕਦੀ ਰਹੀ ਜਿਤਨਾ ਚਿਰ ਮਹਾਂਪੁਰਖ ਸਰੀਰ ਕਰਕੇ ਸਨ। ਭਾਈ ਕੋਈ ਆਪਣੀ ਰਿਸ਼ਤੇਦਾਰੀ ਸੀ ਨਾ, ਬਸ ਇੱਕੋ ਹੀ ਇਹਨਾਂ ਗੁਰੂ ਕੇ ਸ਼ਬਦ ਦੀ ਤੇ ਗੁਰੂ ਘਰ ਦੀ ਸੇਵਾ ਦੀ ਕਮਾਈ ਕੀਤੀ, ਉਹਨਾਂ ਦੀ ਕਮਾਈ ਨੂੰ ਸਿਰ ਚੁੱਕਿਆ। ਇਸੇ ਤਰੀਕੇ ਦੇ ਨਾਲ ਕਿੰਨੇ ਕੁ ਮਹਾਤਮਾਵਾਂ ਦੀ ਗੱਲ ਕਰੀਏ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ, ਫਿਰ ਇਸੇ ਹੀ ਤਰੀਕੇ ਦੇ ਨਾਲ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਸੰਤ ਬਾਬਾ ਜਰਨੈਲ ਸਿੰਘ ਜੀ, ਕਿੰਨਿਆਂ ਕੁ ਦੀ ਬਾਤ ਕਰੀਏ ਭਾਈ। ਉਹਨਾਂ ਦੀ ਕਮਾਈ ਨੂੰ, ਜੋ ਸ਼ਬਦ ਦੀ ਕੀਤੀ ਹੋਈ ਨਿਰਮਲ ਸ਼ਬਦ ਦੀ ਕਮਾਈ ਹੈ, ਉਹਨੂੰ ਸਿਰ ਚੁੱਕਿਆ ਹੈ। ਉਹ ਕਿਰਪਾ ਦੇ ਪਾਤਰ ਆਪ ਸਨ, ਹੋਰਨਾਂ ਨੂੰ ਵੀ ਕਰਨ ਵਾਲੇ ਹਨ ਜੀ। ਅਦ੍ਰਿਸ਼ਟ ਅਗੋਚਰ ਨਾਮ ਅਪਾਰਾ। ਕਹਿੰਦੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਜੋ ਹੈ ਉਹ ਅਦ੍ਰਿਸ਼ਟ ਹੈ, ਦ੍ਰਿਸ਼ਟੀ ਨਹੀਂ ਆਉਣ ਵਾਲਾ, ਅਗਮ ਗਮਤਾ ਤੋਂ ਪਰੇ ਹੈ, ਬੁੱਧੀ ਦਾ ਵਿਸ਼ਾ ਨਹੀਂ। ਹੁਣ ਤੇ ਸਿੱਖਾ ਬੁੱਧੀ ਕਰਕੇ ਟੋਲਣ ਦਾ ਯਤਨ ਕਰਦਾ ਹੈ ਨਾ, ਮੇਰੀ ਬੁੱਧੀ ਇੰਨੇ ਕੁ ਨੂੰ ਮੰਨਦੀ ਹੈ ਜੀ, ਬਹੁਤਾ ਨਹੀਂ ਪਤਾ ਲੱਗਦਾ। ਕਹਿੰਦੇ ਗਮਤਾ ਤੋਂ ਪਰੇ ਹੈ, ਜਿਹਨੂੰ ਆਪਾਂ ਭਾਈ ਗੁਰਦਾਸ ਸਿੰਘ ਜੀ ਦੀ ਵਾਰ ਚ ਪੜਦੇ ਆਂ, ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹ ਅਗੰਮ ਗਮਤਾ ਤੋਂ ਪਰੇ ਹੈ, ਬੁੱਧੀ ਦਾ ਵਿਸ਼ਾ ਨਹੀਂ। ਕਲਗੀਧਰ ਪਾਤਸ਼ਾਹ ਦੇ ਚੋਜ ਬੁੱਧੀ ਮੰਨਣ ਨੂੰ ਤਿਆਰ ਹੈ ਕਿ ਕਿਤੇ ਪੰਜਾਂ ਦੇ ਸਿਰ ਝਟਕਾ ਕੇ ਤੇ ਉਹਨਾਂ ਨੂੰ ਅੰਮ੍ਰਿਤ ਨਾਲ ਸਰਜੀਤ ਕੀਤਾ ਹੋਵੇ, ਬੁੱਧੀ ਨਹੀਂ ਮੰਨਦੀ। ਬੁੱਧੀ ਜੀਵੀ ਇੱਥੇ ਆਣ ਕਰਕੇ ਸ਼ੰਕੇ ਚ ਪੈ ਗਏ। ਭਾਈ ਜੇ ਇਹ ਨਹੀਂ ਮੰਨਦਾ ਤੇ ਫਿਰ ਵਿਚਾਰ ਕਰਕੇ ਵੇਖੀ, ਅੱਖਾਂ ਦੇ ਸਾਹਮਣੇ ਪੁੱਤ ਮਰਵਾਉਣੇ ਵੀ ਸੌਖੇ ਨਹੀਂ। ਜੇ ਤੇਰੀ ਬੁੱਧੀ ਇੱਥੇ ਆਣ ਕੇ ਟਿਕ ਗਈ ਹੈ ਨਾ, ਆਪਣੀ ਬੁੱਧੀ ਨੂੰ ਆਪਣੇ ਧੀਆਂ ਤੇ ਪੁੱਤਰਾਂ ਤੇ ਤੋਲ ਕੇ ਵੇਖੀ, ਪੁੱਤ ਨੂੰ ਕੰਡਾ ਵੱਜੇ ਤੇ ਤੇਰੀਆਂ ਚੀਕਾਂ ਨਿਕਲ ਜਾਂਦੀਆਂ ਨੇ, ਚੀਕਾਂ। ਪੁੱਤ ਦੀ ਛੱਡ, ਅਗਾਂਹ ਪੋਤਰੇ ਨੂੰ ਜੇ ਕੋਈ ਉਂਗਲ ਵੀ ਲਾ ਦਵੇ ਤੇ ਤੂੰ ਮੰਜੇ ਤੇ ਬੈਠਾ ਚੀਕਾਂ ਮਾਰ ਉੱਠਦਾ ਏ। ਜੇ ਕਿਸੇ ਨੇ ਪੁੱਛਿਆ ਤੇ ਕਹਿੰਦਾ ਮੂਲ ਨਾਲੋਂ ਵਿਆਜ ਪਿਆਰਾ ਆ ਜੀ, ਤੁਹਾਨੂੰ ਨਹੀਂ ਪਤਾ। ਸੋ ਵੇਖ ਵਿਚਾਰ ਕਰਕੇ ਵੇਖੀ, ਇਹ ਬੁੱਧੀ ਦਾ ਵਿਸ਼ਾ ਨਹੀਂ, ਇਹ ਗਮਤਾ ਤੋਂ ਪਰੇ, ਬੁੱਧੀ ਤੋਂ ਪਰੇ ਦੇ ਕੌਤਕ ਹਨ ਅਕਾਲ ਪੁਰਖ ਵਾਹਿਗੁਰੂ ਦੇ। ਇਹ ਕਲਗੀਧਰ ਪ੍ਰੀਤਮ ਦੇ ਵੀ ਕੌਤਕ ਪਰੇ ਨੇ ਤੇਰੀ ਬੁੱਧੀ ਤੋਂ।
ਉਹ ਅਗੋਚਰ ਇੰਦਰੀਆਂ ਦਾ ਵੀ ਵਿਸ਼ਾ ਨਹੀਂ, ਅਵੇ ਹੈ ਇੰਦਰੀਆਂ ਤੋਂ ਵੀ ਉਹ ਪਰਮੇਸ਼ਰ ਵਾਹਿਗੁਰੂ ਅਪਾਰਾ ਪਾਰਾਵਾਰ ਤੋਂ ਰਹਿਤ ਹੈ, ਉਹ ਗਿਣਤੀ ਮਿਣਤੀ ਵਿੱਚ ਨਹੀਂ ਆਉਂਦਾ। ਅਤ ਰਸ ਮੀਠਾ ਨਾਮ ਪਿਆਰਾ। ਹਾਂ ਭਾਈ, ਉਹਦਾ ਨਾਮ ਜਿਹੜਾ ਬੜਾ ਮਿੱਠਾ ਹੈ, ਜਿਹੜੇ ਉਹਦੇ ਨਾਮ ਨਾਲ ਲੱਗ ਗਏ ਉਹਨਾਂ ਨੂੰ ਅਨਾਹਦ ਧੁਨ ਅਨਾਹਦ ਰਸ ਦੀ ਪ੍ਰਾਪਤੀ ਹੋਈ ਹੈ ਜੀ। ਨਾਨਕ ਕਉ ਜੁਗ ਜੁਗ ਹਰ ਜਸ ਦੀਸੈ। ਸੋ ਇਸ ਕਰਕੇ ਕਹਿੰਦੇ ਬੇਨਤੀ ਮਹਾਰਾਜ ਫਿਰ ਮੈਂ ਕੀ ਕਰਾਂ, ਕਹਿੰਦੇ ਸਤਿਗੁਰੂ ਸਾਹਿਬ ਅੱਗੇ ਬੇਨਤੀਆਂ ਕਰ ਮਹਾਰਾਜ, ਜੁਗਾਂ ਜੁਗਾਂ ਦੇ ਵਿੱਚ ਜਦੋਂ ਵੀ ਆਈਏ ਆਪ ਜੀ ਦੇ ਨਾਮ ਰੂਪੀ ਰਸ ਦੀ ਪ੍ਰਾਪਤੀ ਹੋਵੇ, ਆਪ ਜੀ ਦਾ ਜਾਸੀ ਕਰਦੇ ਆਈਏ, ਜਾਸੀ ਕਰਦੇ ਚਲੇ ਜਾਈਏ ਜੀ। ਹਰ ਜਪੀਐ ਅੰਤ ਨਾ ਪਾਇਆ। ਮਹਾਰਾਜ ਜਪਦੇ ਰਹੀਏ, ਪਰ ਸਤਿਗੁਰੂ ਸਾਹਿਬ ਕਹਿੰਦੇ ਪੁਨः ਪੁਨः ਜਪਣੇ ਤੇ ਜੇ ਕਿਤੇ ਸਿੱਖਾ ਵਿਚਾਰ ਕਰੇ ਅੰਤ ਪਾ ਲਵਾਂਗਾ, ਨਹੀਂ ਪਾਇਆ ਜਾ ਸਕਣਾ। ਭਾਈ ਇੱਥੇ ਜਿਵੇਂ ਪੰਛੀ ਆਕਾਸ਼ ਵਿੱਚ ਅਡਾਰੀਆਂ ਮਾਰ ਕੇ ਆਨੰਦ ਲੈ ਸਕਦਾ, ਪਰ ਆਕਾਸ਼ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਮੱਛੀ ਸਮੁੰਦਰ ਵਿੱਚ ਤੈਰ ਕਰਕੇ ਆਨੰਦ ਲੈ ਸਕਦੀ, ਪਰ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਕਿ ਕਿੰਨਾ ਕੁ ਗਹਿਰਾ ਹੈ, ਕਿੰਨੀ ਕੁ ਇਹਦੀ ਚੜਾਈ ਹੈ, ਕਿਤਨੀ ਕੁ ਲੰਬਾਈ ਹੈ। ਇਸੇ ਤਰੀਕੇ ਦੇ ਨਾਲ ਭਾਈ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪ ਕਰਕੇ ਉਹ ਇਸ ਹਿਰਦੇ ਘਰ ਦੁਆਰਾ ਸੋ ਭਗਤੀ ਰੂਪੀ ਆਕਾਸ਼ ਅਡਾਰੀਆਂ ਤੇ ਮਾਰ ਸਕਦਾ ਹੈ, ਪਰ ਗੁਰੂ ਕਹਿ ਸਿੱਖਾ ਜੇ ਪਾਰਾਵਾਰ ਪਾਉਣ ਦਾ ਯਤਨ ਕਰੇਗਾ ਨਹੀਂ ਪਾਇਆ ਜਾਣਾ। ਉਹ ਤੇ ਫਿਰ ਨੇਤ ਨੇਤ ਸਭ ਕੋ ਕਹੈ, ਫਿਰ ਭਾਈ ਨੇਤ ਨੇਤ ਹੀ ਕਹਿਣਾ ਬਣ ਆਵੇਗਾ। ਬੇਅੰਤ ਹੈ ਬੇਅੰਤ ਹੈ ਇਹੋ ਹੀ ਰਸਨਾ ਕਵੇਗੀ ਜੀ। ਅੰਤਰ ਨਾਮ ਪ੍ਰਾਪਤ ਹੀਰਾ। ਸੋ ਭਾਈ ਪਰਮੇਸ਼ਰ ਦੇ ਪਿਆਰਿਆਂ ਨੂੰ ਅੰਤਰ ਹਿਰਦੇ ਕਰਕੇ ਨਾਮ ਰੂਪੀ ਹੀਰਾ ਜੋ ਪ੍ਰਾਪਤ ਹੋਇਆ ਹੈ ਜੀ। ਹਰ ਜਪਤੇ ਮਨ ਤੇ ਧੀਰਾ। ਹਰੀ ਹਰੀ ਜਪਦਿਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਹਰ ਹਰ ਕਹਿੰਦਿਆਂ ਰਾਮ ਰਾਮ ਕਹਿੰਦਿਆਂ ਜਿਹੜਾ ਇਹ ਮਨ ਸੀ ਨਾ, ਜਿਹੜਾ ਭੱਜਾ ਫਿਰਦਾ ਸੀ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ, ਜਦੋਂ ਨਾਮ ਜਪਦੇ ਰਹੇ ਫਿਰ ਧੀਰਜ ਵਿੱਚ ਆ ਗਿਆ। ਇਹ ਹੁਣ ਭੱਜਦਾ ਨਹੀਂ, ਇਹ ਡੋਲਦਾ ਨਹੀਂ, ਇਹਨੂੰ ਆਪਣੇ ਸਰੂਪ ਦੀ ਪ੍ਰਾਪਤੀ ਹੋ ਗਈ ਜੀ। ਸੋ ਘਾਟ ਘਾਟ ਭਉ ਭੰਜਨ ਪਾਈਆ। ਸੋ ਇੱਥੇ ਸਾਡੇ ਸਵਾਲ ਦਾ ਵੀ ਜਵਾਬ ਦੇ ਦਿੱਤਾ। ਆਪਾਂ ਆਮ ਹੀ ਕਹਿ ਦਿੰਨੇ ਜੀ ਬੜਾ ਔਖਾ ਰਸਤਾ, ਬੜਾ ਔਖਾ, ਸਾਡੇ ਵੱਸ ਦੀ ਗੱਲ ਨਹੀਂ। ਸਤਿਗੁਰੂ ਸਾਹਿਬ ਕਹਿੰਦੇ ਗੁਰੂ ਕਹਿ ਸਿੱਖਾ ਆ ਤੇ ਸਹੀ, ਇਹ ਜਿਹੜਾ ਔਖਾ ਰਸਤਾ ਹੈ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸਰ ਕਰਕੇ ਅਗਾਂਹ ਜਾਣਾ, ਇਹ ਜਿਹੜੀਆਂ ਵਿਕਾਰਾਂ ਦੀਆਂ ਬੇੜੀਆਂ ਮੈਂ ਆਪੇ ਹੀ ਕੱਟ ਦੇਣੀਆਂ, ਤੂੰ ਕਾਹਦੀ ਚਿੰਤਾ ਲਾ ਕਰਕੇ ਬੈਠਾ ਹੈ। ਤੂੰ ਵੇਖ ਤੈਨੂੰ ਤੇ ਸਮਝਾਇਆ ਸੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮਹਿ ਜੰਤ ਉਪਾਏ ਕਹਿ ਤਨਾ ਪੇਰੋਜੀ। ਤੂੰ ਕਾਹਦੀ ਚਿੰਤਾ ਲਾ ਕੇ ਬੈਠਾ ਗੁਰੂ ਕਹਿ ਸਿੱਖਾ। ਸੋ ਜੇ ਮੈਂ ਜਲ ਦੇ ਵਿੱਚ ਪਦਾਰਥ ਬਚਾਉਣ ਵਾਲਾ ਹਾਂ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵੀ ਸਰ ਕਰਕੇ ਤੈਨੂੰ ਅਗਾਂਹ ਤੋਰ ਦੇਵਾਂਗਾ। ਕਹਿੰਦੇ ਜਿਹੜਾ ਔਖਾ ਰਸਤਾ ਹੈ ਨਾ ਉਹਨੂੰ ਵੀ ਭਾਈ ਭਉ ਭੰਜਨ ਪਾਈਏ, ਭਉ ਤੋਂ ਰਹਿਤ ਹੋ ਕਰਕੇ ਜਿਹੜਾ ਭਉ ਡਰ ਨੂੰ ਭੰਜਨ ਭਾਵ ਨਾਸ ਕਰਨ ਵਾਲਾ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਜੀ। ਬਾਹੜ ਜਨਮ ਨਾ ਜਾਇਆ। ਕਹਿੰਦੇ ਬੌੜਾ ਪੁਣਾ ਪੁਣਾ ਦੁਬਾਰਾ ਪਰਮੇਸ਼ਰ ਦੇ ਪਿਆਰੇ ਜੰਮਣ ਮਰਨ ਦੇ ਚੱਕਰ ਚ ਨਹੀਂ ਪੈਂਦੇ ਜੀ। ਭਗਤ ਹੇਤ ਗੁਰ ਸ਼ਬਦ ਤਰੰਗਾ। ਕਹਿੰਦੇ ਭਾਈ ਭਗਤੀ ਵਿੱਚ ਹੇਤ ਨਾਮ ਵਿੱਚ ਉਹਨਾਂ ਨੇ ਹੇਤ ਲਾਇਆ ਹੈ, ਗਿਆਨ ਰੂਪੀ ਤਰੰਗਾ ਉਹਨਾਂ ਨੂੰ ਪ੍ਰਾਪਤ ਹੋ ਗਈਆਂ ਨੇ, ਅਥਵਾ ਵਿਵੇਕ ਰੂਪੀ ਤਰੰਗਾ ਉਹਨਾਂ ਦੇ ਹਿਰਦੇ ਵਿੱਚ ਚੱਲ ਰਹੀਆਂ ਹਨ, ਜਿਨ੍ਹਾਂ ਦਾ ਭਗਤੀ ਵਿੱਚ ਹੇਤ ਪ੍ਰੇਮ ਹੈ ਜੀ। ਹਰ ਜਸ ਨਾਮ ਪਦਾਰਥ ਮੰਗਾ। ਉਹ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਜਪਦੇ ਨੇ, ਨਾਮ ਪਦਾਰਥ ਦੀ ਮੰਗ ਕਰਦੇ ਹਨ ਜੀ। ਹਰ ਭਾਵੈ ਗੁਰ ਮੇਲ ਮਿਲਾਏ। ਜਦੋਂ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਉਹਨਾਂ ਦੀ ਭਾਵਨੀ ਭਾ ਜਾਂਦੀ ਹੈ, ਫਿਰ ਭਾਈ ਪੂਰੇ ਗੁਰਾਂ ਦੇ ਮੇਲ ਚ ਮਿਲਾ ਦਿੰਦੇ ਹਨ ਉਹਨਾਂ ਗੁਰਮੁਖ ਪਿਆਰਿਆਂ ਨੂੰ। ਹਰ ਤਾਰੇ ਜਗਤ ਸੁਭਾਇਆ। ਤੇ ਉਹਨਾਂ ਨਾਲ ਮਿਲ ਕਰਕੇ ਅਨੇਕਾਂ ਜੀਵਾਂ ਦਾ ਉਧਾਰ ਹੋ ਜਾਂਦਾ। ਜਿਹੜੇ ਮਹਾਂਪੁਰਖ ਨੇ ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕੀਤੀ, ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਜਿਹੜੇ ਉਹਨਾਂ ਨਾਲ ਵੀ ਜੁੜ ਜਾਂਦੇ ਨੇ, ਸਬਾਇਆ ਸਾਰੇ ਦਾ ਸਾਰਾ ਹੀ ਜਗਤ, ਅਥਵਾ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਨਾ ਭਾਈ ਆਪ ਹੀ ਦਿਆਲਤਾ ਕਰਕੇ ਆਪਣੇ ਨਿਰਗੁਣ ਸਰੂਪ ਦੇ 10 ਸਰੂਪ ਧਾਰਨ ਕੀਤੇ। ਫਿਰ ਸ਼ਬਦ ਸਰੂਪ ਜੋ ਹੈ
ਉਸ ਨੂੰ ਸਾਡੇ ਵਿੱਚ ਅਸਥਿਤ ਕਰਕੇ ਕਹਿ ਦਿੱਤਾ, ਗੁਰੂ ਕੈ ਸਿੱਖਾ ਜੁਗਾਂ ਜੁਗਾਂ ਤੱਕ ਹੁਣ ਤੇਰਾ ਆਧਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਿਰਾਜਮਾਨ ਹੋ ਕਰਕੇ ਕਰਾਂ। ਨਿਰਗੁਣ ਤੋਂ ਸਰਗੁਣ ਸਰੂਪ ਦਸਾਂ ਸਰੂਪਾਂ ਚ ਧਾਰਨ ਕੀਤਾ, ਫਿਰ ਨਿਰਗੁਣ ਸਰੂਪ ਜੋ ਸ਼ਬਦ ਸਰੂਪ ਹੈ ਉਹਦੇ ਵਿੱਚ ਬਿਰਾਜਮਾਨ ਹੋ ਕਰਕੇ ਸਾਡਾ ਉਧਾਰ ਕਰ ਰਹੇ ਹਨ। ਇਹ ਆਪ ਕਿਰਪਾਲਤਾ ਕਰਨ ਵਾਲੇ ਹਨ। ਉਹ ਸਤਿਗੁਰੂ ਸਾਹਿਬ ਜੀ ਉਹ ਭਾਈ ਆਪ ਦਿਆਲਤਾ ਕਰਕੇ ਸਾਰੇ ਜਗਤ ਨੂੰ ਸਬਾਏ ਜਗਤ ਨੂੰ ਤਾਰਨ ਵਾਲੇ ਹਨ ਜੀ। ਜਿਨ ਜਪ ਜਪਿਓ ਸਤਿਗੁਰ ਮਤ ਵਾਕੇ। ਕਹਿੰਦੇ ਭਾਈ ਜਿਨ੍ਹਾਂ ਨੇ ਪਰਮੇਸ਼ਰ ਦਾ ਜਾਪ ਜਪਿਆ ਹੈ ਮਤ ਵਾਕੇ, ਕਹਿੰਦੇ ਸ੍ਰੇਸ਼ਟ ਬੁੱਧ ਤੇ ਉਹਨਾਂ ਦੀ ਹੈ ਨਾ, ਬਾਕੀ ਤੇ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਜਿਨ੍ਹਾਂ ਜਿਹੜੇ ਨਹੀਂ ਜਪਦੇ ਭਾਈ ਪਰਮੇਸ਼ਰ ਦਾ ਨਾਮ, ਉਹਨਾਂ ਦੀ ਬੁੱਧੀ ਕੀ ਕਹੀ ਜਾ ਸਕਦੀ, ਨਹੀਂ ਹੈ ਬੁੱਧੀ ਪਾਸ। ਕੇਵਲ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹੀ ਬੁੱਧੀ ਵਾਲੇ ਹਨ ਜੀ। ਜਮ ਕੰਕਰ ਕਾਲ ਸੇਵਕ ਭਗਤਾ ਕੇ। ਕਹਿੰਦੇ ਜਿਹੜੇ ਜਮ ਕੰਕਰ ਜਿੰਨੇ ਜਮ ਹਨ ਉਹ ਵੀ ਉਹਨਾਂ ਪਿਆਰਿਆਂ ਦੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਚਰਨਾਂ ਦੇ ਸੇਵਕ ਬਣ ਗਏ ਹਨ। ਉਹਨਾਂ ਜਮਾਂ ਨੂੰ ਹੁਕਮ ਦੇਣ ਵਾਲਾ ਜਿਹੜਾ ਧਰਮ ਰਾਜਾ ਹੈ ਉਹ ਵੀ ਭਾਈ ਉਹਨਾਂ ਦਾ ਸੇਵਕ ਬਣ ਗਿਆ ਹੈ। ਕਿਉਂ? ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਉਹ ਧਰਮ ਰਾਜਾ ਵੀ ਉਹਨਾਂ ਦਾ ਚਰਨ ਸੇਵਕ ਹੋ ਜਾਂਦਾ ਹੈ ਜੀ। ਉਤਮ ਸੰਗਤ ਗਤ ਮਿਤ ਉਤਮ। ਭਾਈ ਉਤਮ ਉਹਨਾਂ ਦੀ ਸੰਗਤ ਹੈ, ਉਹਨਾਂ ਦੀ ਮਰਿਆਦਾ, ਮੁਕਤੀ ਦੀ ਮਰਿਆਦਾ ਵੀ ਉਤਮ ਹੋ ਜਾਂਦੀ ਪਰਮੇਸ਼ਰ ਦੇ ਪਿਆਰਿਆਂ ਦੇ। ਜਗ ਭਉਜਲ ਪਾਰ ਤਰਾਇਆ। ਉਹ ਭਾਈ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ ਜੀ, ਅਥਵਾ ਤਾਰ ਲੈਂਦੇ ਹਨ। ਇਹੋ ਭਉਜਲ ਜਗਤ ਗੁਰ ਸ਼ਬਦ ਤਰੀਆ। ਕਹਿੰਦੇ ਭਾਈ ਇਹ ਜੋ ਭਉਜਲ ਸੰਸਾਰ ਸਮੁੰਦਰ ਹੈ ਇਹਨੂੰ ਗੁਰੂ ਕੇ ਸ਼ਬਦ ਦੁਆਰਾ ਹੀ ਤਰਿਆ ਜਾ ਸਕਦਾ ਹੈ ਜੀ। ਅੰਤਰ ਕੀ ਦੁਬਦਾ ਅੰਤਰ ਜਰੀਆ। ਕਹਿੰਦੇ ਜਿਹੜੀ ਅੰਦਰ ਦੀ ਦੁਬਦਾ ਹੈ ਨਾ ਇਹਨੂੰ ਅੰਦਰ ਹੀ ਗੁਰੂ ਕੇ ਸ਼ਬਦ ਦੁਆਰਾ ਜਰੀਏ ਜਾਲ ਦਿੱਤਾ ਜਾਂਦਾ, ਨਾਸ ਹੋ ਜਾਂਦਾ। ਜਿਵੇਂ ਸੋ ਜਿਹੜੇ ਦਵਾਈ ਦੇਣ ਵਾਲੇ ਡਾਕਟਰ ਵੈਦ ਹਨ ਉਹ ਕਹਿ ਦਿੰਦੇ ਨਾ ਭਾਈ ਇਹ ਬਿਮਾਰੀ ਇਸ ਦਵਾਈ ਨਾਲ ਆਪੇ ਹੀ ਸੜ ਜਾਵੇਗੀ, ਅੰਦਰੋਂ ਅੰਦਰ ਹੀ ਨਾਸ ਹੋ ਜਾਵੇਗੀ। ਇਵੇਂ ਜੋ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਜਿਹੜੀ ਅੰਦਰ ਦੀ ਦੁਬਦਾ ਹੈ ਨਾ ਇਹਨੂੰ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦੀ ਨਾਮ ਰੂਪੀ ਉਹਦੀ ਦਵਾਈ ਦੁਆਰਾ ਨਾਸ ਹੋ ਸਕਦੀ ਹੈ, ਜਰੀਏ ਜਲ ਜਾਂਦੀ ਹੈ, ਨਾਸ ਹੋ ਜਾਂਦੀ ਹੈ ਜੀ। ਪੰਜ ਬਾਣ ਲੈ ਜਮ ਕਉ ਮਾਰੈ। ਸੋ ਭਾਈ ਕਹਿੰਦੇ ਪੰਜ ਬਾਣ ਲੈ ਕਰਕੇ, ਬਾਣ ਨਾਮ ਹੈ ਤੀਰ ਦਾ, ਸਤ ਸੰਤੋਖ ਦਇਆ ਧਰਮ ਧੀਰਜ, ਇਹ ਪੰਜ ਬਾਣ ਲੈ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜੇ ਇਹ ਪੰਜੇ ਨੇ ਨਾ ਇਹਨਾਂ ਨੂੰ ਮਾਰ ਲੈਣਾ ਕਰ। ਗਗਨੰਤਰ ਧਨਖ ਚੜਾਇਆ। ਫਿਰ ਭਾਈ ਤੁਰਿਆ ਅਵਸਥਾ ਦਸਮ ਦਵਾਰ ਰੂਪੀ ਧਨਖ ਤੇ ਚਾੜ ਕਰਕੇ ਇਹਨਾਂ ਪੰਜਾਂ ਦੇ ਪੰਜਾਂ ਨੂੰ ਮਾਰ ਲਿਆ ਪਰਮੇਸ਼ਰ ਦੇ ਪਿਆਰਿਆਂ ਨੇ। ਪਰ ਕਿੰਨਾ ਨੇ? ਜਿਨ੍ਹਾਂ ਪਾਸ ਸਤ ਸੀ। ਫਿਰ ਕਾਮ ਰੂਪੀ ਮਰ ਗਿਆ ਨਾ ਵੱਡਾ ਜਿਹੜਾ ਸੂਰਮਾ ਸੀ, ਜਦੋਂ ਸਤ ਰੂਪੀ ਤੀਰ ਕੋਲ ਸੀ। ਫਿਰ ਇਸੇ ਤਰੀਕੇ ਦੇ ਨਾਲ ਜਦੋਂ ਸੰਤੋਖ ਰੂਪੀ ਤੀਰ ਕੋਲ ਸੀ, ਫਿਰ ਲੋਭ ਰੂਪੀ ਸੂਰਮਾ ਢਾਲਿਆ ਪਰਮੇਸ਼ਰ ਦੇ ਪਿਆਰਿਆਂ ਨੇ। ਫਿਰ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਕੋਲ ਧੀਰਜ ਰੂਪੀ ਤੀਰ ਸੀ ਉਹ ਫਿਰ ਕ੍ਰੋਧੀ ਨਹੀਂ। ਜਿਨ੍ਹਾਂ ਪਾਸ ਦਇਆ ਸੀ ਉਹਨਾਂ ਨੇ ਭਾਈ ਹੰਕਾਰ ਕਰਕੇ ਕਿਸੇ ਦਾ ਨਾਸ ਨਹੀਂ ਕੀਤਾ। ਉਹਨਾਂ ਨੇ ਦਇਆ ਦਾ ਪੱਲਾ ਪਕੜ ਰੱਖਿਆ, ਦਇਆ ਰੂਪੀ ਬਾਣ ਉਹਨਾਂ ਦੇ ਪਾਸ ਸੀ। ਫਿਰ ਜਿਨ੍ਹਾਂ ਕੋਲ ਧਰਮ ਸੀ ਉਹ ਕਦੀ ਵਾਸਤੇ ਵੀ ਕਿਸੇ ਪਰਾਏ ਘਰ ਵਿੱਚ ਜਾ ਕਰਕੇ ਪਰਾਏ ਧਨ ਨੂੰ ਲੁੱਟ ਕਰਕੇ ਨਹੀਂ ਲਿਆਂਦਾ। ਉਹਨਾਂ ਨੇ ਇਹ ਪੰਜ ਤੀਰ ਲੈ ਕਰਕੇ ਪੰਜਾਂ ਹੀ ਵਕਾਰਾਂ ਤੇ ਪਰਮੇਸ਼ਰ ਦੇ ਪਿਆਰਿਆਂ ਨੇ ਜਿੱਤ ਪ੍ਰਾਪਤ ਕਰ ਲਈ ਹੈ। ਪਰ ਕਮਾਨ ਕਿਹੜੀ ਸੀ? ਕਹਿੰਦੇ ਜਿਹੜੇ ਦਸਮ ਦਵਾਰ ਦੁਆਰਾ ਪਰਮੇਸ਼ਰ ਦੀ ਬੰਦਗੀ ਕੀਤੀ ਜੀ। ਸਾਖਤ ਨਰ ਸ਼ਬਦ ਸੁਰਤ ਕਿਉ ਪਾਈਆ। ਪਰ ਜਿਹੜੇ ਸਾਖਤ ਸ਼ਕਤੀ ਦੀ ਪੂਜਾ ਕਰਨ ਵਾਲੇ ਨੇ ਉਹ ਕਦੀ ਵਾਸਤੇ ਗੁਰੂ ਕੇ ਸ਼ਬਦ ਦੀ ਪ੍ਰੀਤੀ ਪਾਈਏ ਪ੍ਰਾਪਤ ਕਰਦੇ ਹੀ ਨਹੀਂ। ਸਦਾ ਸ਼ਕਤੀ ਵਿੱਚ ਹੀ ਚਿੱਤ ਦਿੱਤਾ ਹੋਇਆ ਨਾ, ਸਦਾ ਮਾਇਆ ਦੀ ਪੂਜਾ ਕਰੀ ਜਾਂਦੇ ਨੇ। ਜੇ ਕੋਈ ਤਗੜਾ ਵੇਖਿਆ ਤੇ ਉਹਦੇ ਪੈਰਾਂ ਤੇ ਲੇਲੜੀਆਂ ਕੱਢੀ ਜਾਂਦੇ ਨੇ, ਉਹਦੇ ਪੈਰਾਂ ਤੇ ਸਿਰ ਰੱਖ ਕੇ ਬੈਠ ਗਏ। ਤੇ ਜੇ ਕੋਈ ਗਰੀਬ ਵੇਖਿਆ ਤੇ ਉਹਦੇ ਤੇ ਜਾ ਕਰਕੇ ਉਹਨੂੰ ਦਬਾਉਣ ਡੈ ਪੈਂਦੇ ਨੇ। ਪਰ ਧੰਨ ਪਰਮੇਸ਼ਰ ਦੇ ਪਿਆਰੇ ਉਹਨਾਂ ਦੀ ਅਵਸਥਾ ਇਹ ਨਹੀਂ। ਸਤਿਗੁਰੂ ਸਾਹਿਬ ਕਹਿੰਦੇ ਜਿਹੜੇ ਐਸੇ ਹਨ ਸਾਖਤ ਉਹ ਭਾਈ ਸ਼ਬਦ ਸੁਰਤ ਕਿਉਂ ਪਾਈਏ, ਉਹਨਾਂ ਨੂੰ ਸ਼ਬਦ ਦੀ ਸੁਰਤੀ ਕਿਵੇਂ ਪ੍ਰਾਪਤ ਹੋ ਜਾਵੇਗੀ।
ਉਹ ਤੇ ਸਾਖਤ ਨਾਮ ਹੀ ਸ਼ਕਤੀ ਦੇ ਉਪਾਸ਼ਕ ਦਾ ਹੈ ਜੀ। ਸ਼ਬਦ ਸੁਰਤ ਬਿਨ ਆਈਐ ਜਾਈਐ। ਇਸ ਕਰਕੇ ਕਹਿੰਦੇ ਸ਼ਬਦ ਦੀ ਸੁਰਤੀ ਤੋਂ ਬਿਨਾ, ਸ਼ਬਦ ਨਾਲ ਜੁੜੇ ਤੋਂ ਬਿਨਾ ਤਾਈਓ ਹੀ ਆਉਣਾ ਜਾਣਾ ਬਣਿਆ ਨਾ 84 ਲੱਖ ਜੂਨਾਂ ਵਿੱਚ। ਨਾਨਕ ਗੁਰਮੁਖ ਮੁਕਤ ਪਰਾਇਣ। ਕਹਿੰਦੇ ਭਾਈ ਜਿਹੜੇ ਗੁਰਮੁਖ ਹਨ ਉਹਨਾਂ ਨੇ ਮੁਕਤ ਰੂਪੀ ਪਦਾਰਥ ਨੂੰ ਆਪਣਾ ਪਰਾਇਣ ਆਸਰਾ ਬਣਾਇਆ ਹੈ ਗੁਰੂ ਦੁਆਰਾ। ਹਰ ਪੂਰਾ ਭਾਗ ਮਿਲਾਇਆ। ਪਰ ਜਿਨ੍ਹਾਂ ਦੇ ਪੂਰੇ ਭਾਗ ਹਨ, ਵੱਡੇ ਭਾਗਾਂ ਵਾਲੇ ਜਿਹੜੇ ਹਨ, ਉਹ ਭਾਈ ਸੰਗਤ ਦੁਆਰਾ ਮਿਲੇ ਹਨ। ਸੰਗਤ ਦੇ ਮਿਲਣੇ ਕਰਕੇ ਮੁਕਤੀ ਪ੍ਰਾਪਤ ਹੋਈ ਹੈ ਜੀ। ਨਿਰਭਉ ਸਤਿਗੁਰ ਹੈ ਰਖਵਾਲਾ। ਮਹਾਰਾਜ ਉਹਨਾਂ ਨੂੰ ਕਿਵੇਂ ਮਿਲ ਗਈ? ਕਹਿੰਦੇ ਉਹ ਭਉ ਤੋਂ ਰਹਿਤ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਜਿਹਨੂੰ ਕਿਸੇ ਦਾ ਭੈ ਨਹੀਂ, ਜਿਹੜਾ ਕਿਸੇ ਦਾ ਜਨਮਿਆ ਹੋਇਆ ਨਹੀਂ, ਜਿਹਨੂੰ ਡਰ ਕੋਈ ਨਹੀਂ, ਉਹ ਨਿਰਭਉ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਰਖਵਾਲਾ ਹੈ। ਅਥਵਾ ਉਹ ਵੀ ਭਉ ਤੋਂ ਰਹਿਤ ਹੋ ਗਏ ਨੇ, ਜਾਣ ਗਏ ਨੇ ਪਰਮੇਸ਼ਰ ਵਾਹਿਗੁਰੂ ਸਾਡਾ ਰਾਖਾ ਹੈ। ਹੁਣ ਭਾਈ ਸਾਡੇ ਤੇ ਕਿਹੜਾ ਕੋਈ ਵਾਰ ਕਰ ਸਕਦਾ ਹੈ? ਅਸੀਂ ਤੇ ਐਵੇਂ ਟੂਣਿਆਂ ਟਮਾਣਿਆਂ ਤੋਂ ਡਰੀ ਜਾਂਦੇ, ਪਰ ਧੰਨ ਪਰਮੇਸ਼ਰ ਦੇ ਪਿਆਰੇ ਉਹ ਪ੍ਰਤੱਖ ਸ਼ਸਤਰ ਲੈ ਕੇ ਵੀ ਕੋਈ ਭਾਈ ਆਣ ਕਰਕੇ ਬੜਾ ਅਕੜ ਸੂਰਮਾ, ਜਿਹੜਾ ਬਹੁਤਾ ਬਲੀ ਵੀ ਹੋਵੇ, ਹੰਕਾਰੀ ਹੋਵੇ, ਲੈ ਕਰਕੇ ਸ਼ਸਤਰ ਲੈ ਕਰਕੇ ਸਰਾਣੇ ਖਲੋਤਾ ਹੋਵੇ, ਪਰ ਪਰਮੇਸ਼ਰ ਦੇ ਪਿਆਰੇ ਉਹ ਨੇ ਜਿਨ੍ਹਾਂ ਦੇ ਆਨੰਦ ਵਿੱਚ ਫਰਕ ਨਾ ਪਵੇ। ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਤਾਂ ਭਾਈ ਭਉ ਤੋਂ ਰਹਿਤ ਹਨ। ਉਹਨਾਂ ਨੂੰ ਨਿਰਭਉ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਹੈ। ਜਾਣ ਲਿਆ ਹੈ ਉਹ ਸਾਡਾ ਰਖਵਾਲਾ ਹੈ। ਉਹਨਾਂ ਨੂੰ ਇਹ ਪਤਾ ਲੱਗ ਗਿਆ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਭਾਈ ਜਿਹਦਾ ਡਾਡਾ ਸਾਹਿਬ ਅਕਾਲ ਪੁਰਖ ਵਾਹਿਗੁਰੂ, ਉਹਨੂੰ ਕਿਹਦਾ ਡਰ ਹੈ? ਉਹ ਤੇ ਜਾਣ ਗਏ ਨੇ ਜੇ ਭਾਈ ਤੇਰੇ ਹੱਥੋਂ ਹੀ ਇਹ ਸਰੀਰ ਦਾ ਨਾਸ ਹੋਣਾ ਲਿਖਿਆ ਤੇ ਹੋ ਜਾਵੇਗਾ, ਪਰ ਜੇ ਤੂੰ ਆਖੇ ਮੌਤ ਦੁਆਰਾ ਡਰਾ ਲਵੇਂਗਾ ਤੇ ਡਰਾ ਨਹੀਂ ਸਕਦਾ ਤੂੰ। ਭਗਤ ਪ੍ਰਾਪਤ ਗੁਰ ਗੋਪਾਲਾ। ਉਹਨਾਂ ਨੂੰ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੀ ਭਗਤੀ, ਗੋਪਾਲਾ ਜਿਹੜਾ ਇਹ ਧਰਤੀ ਦਾ ਪਾਲਣਹਾਰਾ, ਅਥਵਾ ਗੋ ਇਹ ਜਿਹੜਾ ਇੰਦਰੀਆਂ ਦਾ ਵੀ ਪਾਲਣਹਾਰਾ ਪਰਮੇਸ਼ਰ ਵਾਹਿਗੁਰੂ ਹੈ, ਅਥਵਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਉਹਦੀ ਉਹਨਾਂ ਨੂੰ ਭਗਤੀ ਦੁਆਰਾ ਪ੍ਰਾਪਤੀ ਹੋ ਗਈ ਜੀ। ਧੁਨ ਆਨੰਦ ਅਨਾਹਦ ਵਾਜਾ। ਉਹਨਾਂ ਦੇ ਭਾਈ ਹਿਰਦੇ ਘਰ ਵਿੱਚ ਸਦਾ ਹੀ ਅਨਾਹਦ ਧੁਨ ਜਿਹੜੀ ਵੱਜ ਰਹੀ ਹੈ। ਜਿਵੇਂ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਮਹਾਂਪੁਰਖ ਜਦੋਂ ਸਮਾਜ ਚ ਹੁੰਦੇ, ਵੇਗ ਚ ਗੁਰਮੁਖ ਪਿਆਰਿਆਂ ਪਾਸੋਂ ਭਾਈ ਪੁੱਛੀਏ, ਉਹਨਾਂ ਦੇ ਜੀਵਨ ਦੀਆਂ ਕਿਤਾਬਾਂ ਪੜ੍ਹੀਏ ਤੇ ਪਤਾ ਲੱਗਦਾ ਨਿਰੰਤਰ ਅਨਾਹਦ ਧੁਨ ਦਾ ਜਾਪ ਮਹਾਂਪੁਰਖਾਂ ਦੇ ਭਾਈ ਗੁਰਸਿੱਖਾਂ ਨੇ ਸੁਣਿਆ ਹੈ। ਨਿਰੰਤਰ ਧੁਨ ਉਹਨਾਂ ਦੇ ਵੱਜ ਰਹੀ ਹੈ ਜੀ, ਪ੍ਰਾਪਤ ਹੋ ਰਹੀ ਹੈ। ਗੁਰ ਸ਼ਬਦ ਨਿਰੰਜਨ ਪਾਇਆ। ਉਹਨਾਂ ਭਾਈ ਨਿਰੰਜਨ ਕਾਲ ਜਿਹੜਾ ਭਾਈ ਦੋਖਾਂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਰੂਪੀ ਸੁਰਮਾ ਸੀ, ਉਹਨਾਂ ਪਾਉਣਾ ਕੀਤਾ ਹੈ। ਨਿਰਭਉ ਸੋ ਸਿਰ ਨਾਹੀ ਲੇਖਾ। ਭਾਈ ਉਹ ਨਿਰਭਉ ਪਰਮੇਸ਼ਰ ਵਾਹਿਗੁਰੂ ਨੂੰ ਮਿਲਣੇ ਕਰਕੇ ਨਿਰਭਉ ਹੋ ਗਏ ਨੇ। ਕਿਉਂ? ਉਹਨਾਂ ਦੇ ਸਿਰ ਕੋਈ ਲੇਖਾ ਨਹੀਂ ਹੈ ਜੀ। ਜਾਂ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ ਭਾਈ, ਉਹਦੇ ਸਿਰ ਤੇ ਕੋਈ ਲੇਖ ਨਹੀਂ, ਉਹਨੇ ਕਿਸੇ ਦਾ ਲੇਖਾ ਨਹੀਂ ਦੇਣਾ ਹੋਇਆ। ਆਪ ਅਲੇਖ ਕੁਦਰਤ ਹੈ ਦੇਖਾ। ਭਾਈ ਆਪ ਲੇਖੇ ਤੋਂ ਰਹਿਤ ਹੈ, ਸਾਰੀ ਕੁਦਰਤ ਕਰਕੇ ਤੇ ਉਹਨੂੰ ਵੇਖਣ ਵਾਲਾ ਹੈ ਜੀ। ਆਪ ਅਤੀਤ ਅਜੋਨੀ ਸੰਭਉ। ਭਾਈ ਆਪ ਅਤੀਤ ਹੈ, ਸਾਰਿਆਂ ਤੋਂ ਪਰੇ ਹੈ, ਅਜੋਨੀ ਜਨਮਾ ਹੈ, ਸੋ ਸੰਭੋ ਭਾਈ ਸੁਤੇ ਪ੍ਰਕਾਸ਼ ਹੈ, ਆਪਣੇ ਤੋਂ ਆਪ ਪ੍ਰਕਾਸ਼ ਕੀਤਾ ਹੋਇਆ ਹੈ। ਉਹ ਕਿਸੇ ਕਰਕੇ ਜਨਮਿਆ ਨਹੀਂ ਕਿਹਾ ਜਾਂਦਾ ਜੀ। ਨਾਨਕ ਗੁਰਮਤ ਸੋ ਪਾਇਆ। ਹਾਂ ਮਹਾਰਾਜ, ਐਸਾ ਜਿਹੜਾ ਪਰਮੇਸ਼ਰ ਪ੍ਰਾਪਤ ਕਿਵੇਂ ਹੋਵੇਗਾ? ਕਹਿੰਦੇ ਜਦੋਂ ਗੁਰੂ ਕੀ ਮੱਤ ਧਾਰਨ ਕਰੇਗਾ ਨਾ, ਫਿਰ ਭਾਈ ਉਹ ਪ੍ਰਾਪਤ ਹੋ ਜਾਵੇਗਾ। ਅੰਤਰ ਕੀ ਗਤ ਸਤਿਗੁਰ ਜਾਣੈ। ਮਹਾਰਾਜ ਉਹਦਾ ਹੋਰ ਗੁਣ ਕਹਿੰਦੇ ਉਹ ਤੇਰੀਆਂ ਅੰਦਰ ਦੀਆਂ ਜਾਣਨ ਵਾਲਾ ਹੀ, ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ। ਉਹ ਅੰਦਰ ਦੀ ਗਤ ਮਰਿਆਦਾ ਨੂੰ ਜਾਣਨ ਵਾਲਾ ਹੈ। ਉਹ ਭਾਈ ਐਸਾ ਪਰਮੇਸ਼ਰ ਵਾਹਿਗੁਰੂ ਹੈ। ਸੋ ਨਿਰਭਉ ਗੁਰ ਸ਼ਬਦ ਪਛਾਣੈ। ਕਹਿੰਦੇ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਪਛਾਣ ਕੀਤੀ, ਉਹ ਵੀ ਭਉ ਤੋਂ ਰਹਿਤ ਹੋ ਗਏ ਨੇ। ਆਪ ਤੇ ਭਉ ਤੋਂ ਰਹਿਤ ਹੈ। ਜਿਹੜੇ ਉਹ ਗੁਰੂ ਸ਼ਬਦ ਦੀ ਪਛਾਣ ਕਰ ਲੈਂਦੇ ਨੇ, ਉਹਨਾਂ ਨੂੰ ਵੀ ਕਿਸੇ ਦਾ ਡਰ ਨਹੀਂ ਰਹਿੰਦਾ। ਉਹਨਾਂ ਦੀ ਅਵਸਥਾ ਬਣ ਜਾਂਦੀ ਭੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਣ। ਅੰਤਰ ਦੇਖ ਨਿਰੰਤਰ ਬੂਝੈ। ਸੋ ਭਾਈ ਮਹਾਰਾਜ ਉਹਨਾਂ ਨੂੰ ਪਤਾ ਕਿਵੇਂ ਲੱਗਾ? ਕਹਿੰਦੇ ਉਹਨਾਂ ਨੇ ਜਦੋਂ ਅੰਤਰ ਹਿਰਦੇ ਰੂਪੀ ਘਰ ਵਿੱਚ ਵੇਖਿਆ, ਫਿਰ ਜਾਣ ਲਿਆ ਕਿ ਉਹ ਨਿਰੰਤਰ ਹੈ, ਉਹਦੀ ਜੋਤ ਸਦਾ ਬਿਰਾਜਮਾਨ ਹੋ ਰਹੀ ਹੈ।
ਉਹਨਾਂ ਨੂੰ ਪਤਾ ਲੱਗ ਗਿਆ ਜਿਮੀ ਜਮਾਨ ਕੈ ਬਿਖੈ ਸਮਸਤ ਏਕ ਜੋਤ ਹੈ। ਉਹਨਾਂ ਨੇ ਐਵੇਂ ਨਿਰੰਤਰ ਬੁੱਝਿਆ ਜਾਣ ਲਿਆ ਹੈ ਜੀ। ਅਨੰਤ ਨਾ ਮਨ ਡੋਲਾਇਆ। ਫਿਰ ਭਾਈ ਕਦੀ ਵਾਸਤੇ ਵੀ ਉਹ ਪਰਮੇਸ਼ਰ ਦੇ ਪਿਆਰਿਆਂ ਦਾ ਮਨ ਡੋਲਦਾ ਨਹੀਂ ਹੈ ਜੀ। ਨਿਰਭਉ ਸੋ ਅਬ ਅੰਤਰ ਵਸਿਆ। ਸੋ ਭਾਈ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਜਿਹੜਾ ਨਿਰਭਉ ਭਾਉ ਤੋਂ ਰਹਿਤ ਕਰਨ ਵਾਲਾ ਸੀ ਅੰਦਰ ਵਸਿਆ ਹੋਇਆ ਹੈ। ਅਹਨਸ ਨਾਮ ਨਿਰੰਜਨ ਰਸਿਆ। ਉਹ ਦਿਨ ਪਰ ਰਾਤ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਲੱਗੇ ਹੋਏ ਹਨ। ਨਾਨਕ ਹਰ ਜਸ ਸੰਗਤ ਪਾਈਐ। ਸੋ ਉਹਨਾਂ ਦੇ ਸੰਗਤ ਵਿੱਚ ਜਾ ਕਰਕੇ ਕਹਿੰਦੇ ਹਰੀ ਰੂਪੀ ਜਸ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਉਹ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਚ ਗਏ ਨੇ ਉਹਨਾਂ ਨੂੰ ਹਰੀ